ਸਤਿ ਸ੍ਰੀ ਅਕਾਲ। ਟਾਕਿੰਗ ਪੰਜਾਬ ਸ਼ੋਅ ਦੇ ਵਿੱਚ ਮੈਂ ਸੁਰਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅੱਜ ਅਸੀਂ ਟਾਕਿੰਗ ਪੰਜਾਬ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਨਸ਼ਿਆਂ ਦੀ ਗੱਲ ਕਰਾਂਗੇ। ਪੰਜਾਬ ਦੇ ਵਿੱਚ ਨਸ਼ੇ ਆਉਂਦੇ ਕਿੱਥੋਂ ਨੇ, ਇਹ ਨਸ਼ੇ ਵੇਚਦਾ ਕੌਣ ਹੈ ਤੇ ਨਸ਼ਾ ਤੰਤਰ ਹੈ ਕੀ ਹੈ, ਇਹ ਆਪਣੇ ਆਪ ਦੇ ਵਿੱਚ ਜੱਗ ਜ਼ਾਹਿਰ ਹੈ। ਇਸ ਦੇ ਬਾਰੇ ਅੱਜ ਅਸੀਂ ਗੱਲ ਨਹੀਂ ਕਰਾਂਗੇ। ਅੱਜ ਅਸੀਂ ਇਸ ਤੋਂ ਅੱਗੇ ਦੀ ਗੱਲ ਕਰਾਂਗੇ। ਅੱਜ ਸਾਡੇ ਨਾਲ ਇੱਕ ਅਜਿਹਾ ਨੌਜਵਾਨ ਹੈ, ਸਿਰੜੀ ਨੌਜਵਾਨ, ਜਾਂਬਾਜ਼ ਨੌਜਵਾਨ, ਜਿਹੜਾ ਨਸ਼ਿਆਂ ਦੀ ਦਲਦਲ ਦੇ ਵਿੱਚ, ਨਸ਼ਿਆਂ ਦੇ ਸਮੁੰਦਰ ਦੇ ਵਿੱਚ, ਜੇ ਅਸੀਂ ਕਹਿੰਦੇ ਹਾਂ ਨਾ ਜਿਵੇਂ ਕਿ ਮੱਛੀ ਸਮੁੰਦਰ ਦੇ ਵਿੱਚ ਪੱਥਰ ਚੱਟ ਕੇ ਵਾਪਸ ਮੁੜਦੀ ਹੈ, ਉਹ ਹਾਲਤ ਉਸ ਨੌਜਵਾਨ ਦੇ ਨਾਲ ਹੋਈ ਹੈ ਤੇ ਅੱਜ ਇੱਕ ਕਾਮਯਾਬ ਜ਼ਿੰਦਗੀ ਜੀ ਰਿਹਾ ਤੇ ਪੰਜਾਬ ਦੇ ਵਿੱਚ ਜ਼ਿੰਦਗੀ ਜ਼ਿੰਦਾਬਾਦ ਦਾ ਹੌਕਾ ਵੀ ਦੇ ਰਿਹਾ। ਸੋ ਉਸ ਨੌਜਵਾਨ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਅੱਜ ਉਸ ਨੌਜਵਾਨ ਦਾ ਨਾਮ ਹੈ ਮਿੰਟੂ ਗੁਰੂਸਰੀਆ। ਮਿੰਟੂ ਗੁਰੂਸਰੀਆ ਇੱਕ ਅਜਿਹਾ ਨੌਜਵਾਨ ਹੈ ਜੋ ਕਬੱਡੀ ਦਾ ਪਲੇਅਰ ਸੀ ਤੇ ਉਸ ਤੋਂ ਬਾਅਦ ਨਸ਼ਿਆਂ ਦੀ ਦਲਦਲ ਦੇ ਵਿੱਚ ਇੰਨਾ ਧਸਿਆ ਕਿ ਉਸਨੂੰ ਉਸਦੇ ਆਰ ਪਾਰ ਕੁਝ ਵੀ ਸੁਣਾਈ ਦੇਣਾ ਬੰਦ ਹੋ ਗਿਆ, ਕੁਝ ਵੀ ਦਿਖਾਈ ਦੇਣਾ ਬੰਦ ਹੋ ਗਿਆ। ਉਸਦੀ ਜ਼ਿੰਦਗੀ ਨਰਕ ਬਣ ਗਈ। ਪਰ ਉਸਨੂੰ ਕਿਤੇ ਉਸਦੇ ਅੰਦਰ ਨੇ ਠਕੋਰਿਆ ਤੇ ਉਸਦਾ ਸਾਰਾ ਜੀਵਨ ਸੀ ਜਿਹੜਾ ਉਹ ਤਬਦੀਲ ਹੋ ਗਿਆ। ਉਹ ਨੌਜਵਾਨ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ। ਮਿੰਟੂ ਜੀ, ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ। ਸੋ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਅੱਜ ਅਸੀਂ ਨਸ਼ਿਆਂ ਦੀ ਵੱਖਰੇ ਤਰੀਕੇ ਨਾਲ ਗੱਲ ਕਰਾਂਗੇ। ਸਾਰਿਆਂ ਨੂੰ ਪਤਾ ਨਸ਼ਾ ਆਉਂਦਾ ਕਿੱਥੋਂ ਆ, ਜਾਂਦਾ ਕਿੱਥੇ ਆ, ਕੌਣ ਵੇਚਦਾ, ਕੌਣ ਲੋਕ ਇਸ 'ਚ ਸ਼ਾਮਲ ਨੇ, ਉਹ ਨਹੀਂ ਕਰਾਂਗੇ। ਨਸ਼ੇ ਕਰਨ ਲਈ ਤੁਸੀਂ ਮਜਬੂਰ ਕਿਵੇਂ ਹੋਏ, ਉੱਥੋਂ ਸ਼ੁਰੂ ਕਰਦੇ ਹਾਂ। ਕੀ ਇਹੋ ਜਿਹੀ ਕੀ ਚੀਜ਼ ਹੈ ਕਿ ਤੁਸੀਂ ਉਹਦੇ ਵੱਲ ਖਿੱਚੇ ਚਲੇ ਗਏ ਤੇ ਉਸ ਦਲਦਲ ਦੇ ਐਨ ਧੁਰ ਅੰਦਰ ਤੱਕ ਧਸ ਗਏ? ਕਿਵੇਂ ਲੱਗਦਾ ਸੀ ਨਸ਼ਾ ਕਰਕੇ? ਕੀ ਉਹਦੇ 'ਚ ਜਿਵੇਂ ਸਾਡੇ ਕਥਾਨਕਾਂ ਦੇ ਵਿੱਚ ਵੀ ਹੈ ਕਿ ਸੁਰਗ ਦੇ ਝੂਟੇ ਆਉਣ ਲੱਗ ਜਾਂਦੇ ਨੇ ਜਾਂ ਏਦਾਂ ਦੀ ਕੋਈ ਗੱਲ ਹੁੰਦੀ ਹੈ? ਕੀ ਗੱਲ ਕੀ ਆ ਉਹ ਸਾਡੇ ਦਰਸ਼ਕ ਜ਼ਰੂਰ ਜਾਣਨਾ ਚਾਹਣਗੇ। ਇਸ ਕਰਕੇ ਨਹੀਂ ਕਿ ਉਹ ਵੀ ਨਸ਼ੇ ਕਰਨ ਲੱਗਣ, ਪਰ ਇਸ ਕਰਕੇ ਕਿਉਂਕਿ ਅਸੀਂ ਗੱਲ ਉੱਥੋਂ ਸ਼ੁਰੂ ਕਰ ਰਹੇ ਹਾਂ। ਅਸੀਂ ਮਜਬੂਰੀ ਕੀ ਸੀ? ਪੰਜਾਬ ਦੇ ਵਿੱਚ ਜਿੰਨੇ ਵੀ ਨੌਜਵਾਨ ਜਾਂ ਕਹਿ ਲਈਏ ਕੁਛ ਲੋਕ ਇਦਾਂ ਦੇ ਜੀ ਮੈਚੁਰ ਉਮਰ 'ਚ ਆ ਕੇ ਉਹ ਲੱਗ ਜਾਂਦੇ ਆ। ਮੈਂ ਆਪਣੀ ਨਿੱਜੀ ਜ਼ਿੰਦਗੀ ਦਾ ਜਿਹੜਾ ਤੱਤ ਕੱਢਿਆ ਜੀ, 2-3 ਕਾਰਨ ਆ ਨਸ਼ਾ ਲੱਗਣ ਦੇ। ਇੱਕ ਸਾਡਾ ਆਲਾ ਦੁਆਲਾ, ਇੱਕ ਸ਼ੌਂਕ, ਔਰ ਤੀਸਰੀ ਚੀਜ਼ ਆ ਸਾਜ਼ਿਸ਼। ਮੈਂ ਜਿਸ ਪਰਿਵਾਰ ਦੇ ਵਿੱਚ ਪੈਦਾ ਹੋਇਆ ਜੀ, ਉਹ ਸਾਡਾ ਸਾਰਾ ਖਾਨਦਾਨ ਹੀ ਜਿਹੜਾ ਸੀਗਾ ਉਹ ਜਿੱਦਾਂ ਕਹਿ ਲਈਏ ਕਿ ਇਸ ਮੋਰੀ ਦਾ ਪਾਂਦੀ ਸੀਗਾ, ਇਸ ਰਾਹ ਦਾ ਰਾਹਗੀਰ ਸੀਗਾ। ਮੇਰਾ ਦਾਦਾ ਸਮਗਲਰ ਸੀਗਾ, ਮੇਰਾ ਫਾਦਰ ਵੀ ਨਸ਼ਾ ਕਰਦਾ ਸੀ, ਉਹ ਕਬੱਡੀ ਦਾ ਪਲੇਅਰ ਸੀਗਾ। ਜਾਨੀ ਜਦੋਂ ਅੱਖ ਖੁੱਲੀ, ਜੀਵਨ ਦੀ ਜਿਹੜੀ ਹੈ ਦੌੜ ਸ਼ੁਰੂ ਹੋਈ, ਉਹ ਨਸ਼ੇ ਦੇ ਟਰੈਕ ਤੇ ਸ਼ੁਰੂ ਹੋਈ ਜੀ। ਸਾਡੇ ਘਰ, ਕਹਿਣ ਦਾ ਮਤਲਬ ਤੁਹਾਨੂੰ ਗੁੜਤੀ ਨਸ਼ੇ ਦੀ ਮਿਲੀ? ਜੀ, ਸਾਡੇ ਘਰ ਅਫੀਮ, ਭੁੱਕੀ, ਇਦਾਂ ਦੀਆਂ ਚੀਜ਼ਾਂ ਬੜੀਆਂ ਸੀਗੀਆਂ। ਸਾਡਾ ਦਾਦਾ ਪਾਕਿਸਤਾਨ ਜਾਂਦਾ ਸੀਗਾ ਕਿਉਂਕਿ ਅਸੀਂ ਪਿੱਛੋਂ ਪਾਕਿਸਤਾਨ 'ਚੋਂ ਆਏ ਸੀਗੇ। ਰਾਜਾ ਜੰਗ ਸਾਡਾ ਪਿੰਡ ਸੀਗਾ ਲਾਹੌਰ ਜ਼ਿਲ੍ਹੇ ਦੇ ਵਿੱਚ। ਉਹਨਾਂ ਦੇ ਉੱਥੇ ਲਿੰਕ ਸੀਗੇ, ਉੱਥੋਂ ਉੱਠ ਕੇ ਆਏ ਸੀਗੇ। ਉਹਨਾਂ ਨੂੰ ਬੜਾ ਆਸਾਨ ਕੰਮ ਸੀਗਾ। ਉਹ ਜਦੋਂ ਇੱਧਰ ਲਿਆ ਕੇ ਵੇਚਣ ਕਰਨ ਲੱਗ ਗਏ, ਕਾਫੀ ਮਾਤਰਾ ਦੇ ਵਿੱਚ ਨਸ਼ਾ ਆਉਂਦਾ ਸੀਗਾ ਸਾਡੇ ਘਰੇ। ਤੇ ਆਮ ਪਿਆ ਰਹਿੰਦਾ ਸੀਗਾ, ਜਿੱਦਾਂ ਜੀ ਆਮ ਘਰਾਂ ਦੇ ਵਿੱਚ ਸਾਡੇ ਕੋਈ ਸਮਾਨ ਪਿਆ ਰਹਿੰਦਾ, ਪੱਠਾ ਦੱਥਾ ਪਿਆ ਰਹਿੰਦਾ, ਉਹਦਾ ਸਾਡੇ ਘਰੇ ਘੜਿਆਂ ਦੇ ਵਿੱਚ ਅਫੀਮ ਪਈ ਰਹਿੰਦੀ ਸੀਗੀ। ਉਹ ਸਾਨੂੰ ਕੋਈ ਉਹ ਹੈ ਨਹੀਂ ਸੀਗਾ ਕਿ ਇਹ ਨਸ਼ਾ ਆ। ਸਾਨੂੰ ਏਦਾਂ ਲੱਗਦਾ ਸੀ ਕਿ ਤੇ ਖੇਡਣ ਮਿਲਣ ਦੀਆਂ ਚੀਜ਼ਾਂ ਆ। ਪਿਸਤੌਲ, ਨਸ਼ਾ, ਇਹ ਸਾਡੇ ਘਰੇ ਆਮ ਚੀਜ਼ਾਂ ਸੀ। ਪਰ ਹੋਇਆ ਕੀ ਜੀ ਕਿ 7 ਸਾਲ ਦੀ ਉਮਰ 'ਚ ਮੈਂ ਇੱਕ ਵਾਰੀ ਆਪਣੇ ਫਾਦਰ ਨੂੰ ਰੋਟੀ ਫੜਾ ਕੇ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਇੱਕ ਬਜ਼ੁਰਗ ਘਾਹ ਦੀ ਪੰਡ ਵੱਢੀ ਖੜਾ ਸੀਗਾ। ਉਹਨੇ ਮੈਨੂੰ ਰੋਕ ਲਿਆ, ਕਹਿੰਦਾ ਕਾਕਾ ਰੁਕ, ਮੈਨੂੰ ਪੰਡ ਚਕਾ। ਮੈਂ ਜਦੋਂ ਪੰਡ ਚਕਾਵਣ ਗਿਆ ਜੀ ਤਾਂ ਉਹਨੇ ਮੈਨੂੰ ਬਿਠਾ ਲਿਆ। ਗਰਮੀ ਦਾ ਟਾਈਮ ਸੀਗਾ। ਉਸ ਬਜ਼ੁਰਗ ਨੇ, 70 ਸਾਲ ਦਾ ਬਜ਼ੁਰਗ ਸੀਗਾ, ਉਸ ਟਾਈਮ ਪਿੰਡ ਦਾ ਪੰਚਾਇਤ ਮੈਂਬਰ ਸੀਗਾ। ਉਸ ਟਾਈਮ ਉਸ ਬੰਦੇ ਨੇ ਬੀੜੀ ਸੁਲਗਾ ਲਈ ਜੀ। ਬੀੜੀ ਸੁਲਗਾ ਕੇ ਮੈਨੂੰ ਉਹਨੇ ਬੀੜੀ ਲਵਾ ਦਿੱਤੀ। ਮੈਨੂੰ ਨਹੀਂ ਸੀ ਪਤਾ ਕੀ ਚੀਜ਼ ਹੈ ਜੀ। ਮੈਨੂੰ ਕਹਿੰਦਾ ਖਿੱਚ ਲਾ। ਉਹਨੇ ਅੰਦਰ ਧੂੰਆਂ ਜਿੱਦਾਂ ਖਿੱਚੀਦਾ ਆ, ਸਮੋਕ ਕਰੀਦਾ, ਸਾਰਾ ਖਿਚਾ ਕੇ ਮੈਨੂੰ ਫਿਰ ਤੋਰ ਲਿਆ ਆਪਣੇ ਨਾਲ। ਉਹ ਪਹਿਲਾ ਸਫ਼ਰ ਸੀਗਾ ਜੀ ਮੇਰਾ, ਪਹਿਲਾ ਪੜਾਅ ਜਿਹੜਾ 7 ਸਾਲ ਦੀ ਉਮਰ 'ਚ। ਪਰ ਉੱਥੇ ਮੇਰਾ ਕਸੂਰ ਨਹੀਂ ਸੀ। ਮੈਂ ਤਾਂ ਕੋਈ ਪਤਾ ਨਹੀਂ ਸੀਗਾ ਜੀ ਕਿ ਕੀ ਚੀਜ਼ ਆ, ਪਰ ਮੇਰੇ ਮੂੰਹ ਨੂੰ ਲਾ ਦਿੱਤੀ ਗਈ। ਉਸ ਤੋਂ ਬਾਅਦ ਜਿਵੇਂ ਜਿਵੇਂ ਅੱਗੇ ਵੱਧਦਾ ਗਿਆ,
7ਵੀਂ 8ਵੀਂ 'ਚ ਆ ਕੇ ਮੈਂ ਕਬੱਡੀ ਖੇਡਣੀ ਸਟਾਰਟ ਕੀਤੀ। ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕੀਤੀ, ਮੇਰੀ ਮਦਰ ਨੇ ਨਾਂਹ ਕਰ ਦਿੱਤੀ ਕਬੱਡੀ ਤੋਂ। ਉਹਨੂੰ ਏਦਾਂ ਸੀਗਾ ਕਿਉਂਕਿ ਮੇਰਾ ਫਾਦਰ ਸੀਗਾ ਜਿਹੜਾ ਉਹ ਕਬੱਡੀ ਖੇਡਦੇ ਨਸ਼ੇ ਤੇ ਲੱਗਿਆ ਸੀ। ਮੇਰੀ ਮਦਰ ਨੇ ਨਾਂਹ ਕਰ ਦਿੱਤੀ ਕਿ ਨਹੀਂ, ਮੈਂ ਨਹੀਂ ਤੈਨੂੰ ਕਬੱਡੀ ਖੇਡਣ ਦਿਆਂਗੀ। ਪਰ ਮੈਂ ਆਪਣੇ ਫਾਦਰ ਨੂੰ ਮਨਾ ਲਿਆ। ਮੈਨੂੰ ਏਦਾਂ ਸੀਗਾ ਜੀ ਕਿ ਮੈਂ ਜਿਹੜੇ ਮੇਰੇ ਫਾਦਰ ਦੇ ਸੁਪਨੇ ਰਹਿ ਗਏ, ਕਿਉਂਕਿ ਪਿੰਡ 'ਚ ਗੱਲਾਂ ਹੁੰਦੀਆਂ ਸੀ ਕਿ ਜੇ ਬਲਦੇਵ ਸਿੰਘ ਨਸ਼ਾ ਨਾ ਕਰਦਾ ਤੇ ਅੱਜ ਨੂੰ ਬਹੁਤ ਚੜ੍ਹਾਈ ਹੁੰਦੀ ਇਹਦੀ, ਬਹੁਤ ਵਧੀਆ ਪਲੇਅਰ ਸੀ। ਮੈਨੂੰ ਚੀਜ਼ ਲੱਗੀ ਕਿ ਮੈਨੂੰ ਇਹ ਚੀਜ਼, ਜਿਹੜੇ ਅਧੂਰੇ ਸੁਪਨੇ ਆ ਬਾਪ ਦੇ, ਉਹ ਪੂਰੇ ਕਰਨੇ ਚਾਹੀਦੇ ਆ। ਮੈਂ ਆਪਣੇ ਬਾਪੂ ਨੂੰ ਕਿਹਾ ਕਿ ਮੈਂ ਗੇਮ ਜ਼ਰੂਰ ਕਰਾਂਗਾ, ਚਾਹੇ ਇੱਧਰ ਦੀ ਉੱਧਰ ਦੀ ਹੋ ਜੇ। ਚਲੋ ਜੀ, ਉਹਨਾਂ ਨੇ ਕਿਸੇ ਤਰੀਕੇ ਇਜਾਜ਼ਤ ਲੈਤੀ। ਮੈਂ ਗਰਾਊਂਡ 'ਚ ਉਤਰਿਆ। ਥੋੜੇ ਜਿਹੇ ਚਿਰਾਂ ਦੇ ਵਿੱਚ ਹੀ ਜੀ ਮੈਂ ਮਸ਼ਹੂਰ ਹੋ ਗਿਆ। 10ਵੀਂ ਦੇ ਵਿੱਚ ਆਉਂਦਿਆਂ ਮੇਰਾ ਨਾਮ ਬਣ ਗਿਆ। ਕਾਫੀ ਤਗੜੇ ਟੂਰਨਾਮੈਂਟ ਮੈਂ ਖੇਡ ਆਇਆ ਸਕੂਲ ਟਾਈਮ ਦੇ ਵਿੱਚ ਹੀ। ਹਾਂਜੀ ਹੋ ਗਈ। ਸੂਰਜ ਮੇਰਾ ਚਮਕ ਉੱਠਿਆ। ਇੱਥੇ ਆਇਆ ਜੀ ਜਦੋਂ ਮੈਂ ਹਾਇਰ ਐਜੂਕੇਸ਼ਨ ਲੈ ਕੇ ਸਕੂਲ, ਜਿਹੜੀ ਸੈਕੰਡਰੀ ਐਜੂਕੇਸ਼ਨ ਹੈ, ਹਾਇਰ ਐਜੂਕੇਸ਼ਨ ਖਤਮ ਕਰਕੇ ਸੈਕੰਡਰੀ ਐਜੂਕੇਸ਼ਨ ਲਈ ਜਦੋਂ ਮੈਂ ਮਲੋਟ ਆਇਆ, ਉਹ ਜਿਹੜਾ ਪੜਾਅ ਸੀਗਾ ਜੀ, ਜਿੱਦਾਂ ਇੱਕ ਕਹਿ ਲਈਏ ਕਿ ਇੱਕ ਜੇਲ੍ਹ ਦੇ ਵਿੱਚੋਂ ਮੈਂ ਆਇਆ ਸੀਗਾ। ਆਜ਼ਾਦੀ ਜੀ ਮਹਿਸੂਸ ਕੀਤੀ ਕਿਉਂਕਿ ਉੱਥੇ ਬੰਦਸ਼ਾ ਸੀ। ਮੇਰਾ ਬਾਪ ਮੇਰੇ ਨਾਲ ਜਾਂਦਾ ਸੀ ਗਰਾਊਂਡ ਦੇ ਵਿੱਚ। ਨਹੀਂ ਜੀ, ਉਹ ਜੇਲ੍ਹ ਦੇ ਵਾਂਗੂ ਕਹਿਣਾ ਕਿ ਬੰਦਸ਼, ਇੱਕ ਜੇਲ੍ਹ ਵਾਲੀ ਬੰਦਸ਼ ਜਿੱਦਾਂ ਹੁੰਦੀ ਹੈ ਨਾ, ਕਿ ਇੱਥੇ ਆਜ਼ਾਦੀ ਮਹਿਸੂਸ ਹੋਈ। ਸ਼ਹਿਰ ਆ ਕੇ ਖੁੱਲਾ ਕਿ ਸਾਰਾ ਕੁਛ ਦੇਖਦਾ ਸੀਗਾ। ਹਾਂਜੀ, ਉਹ ਚੀਜ਼ ਦੇ ਵਿੱਚ ਕਿਉਂਕਿ ਸਵਾਦ ਮੈਂ ਦੇਖਿਆ ਸੀਗਾ। ਘਰੇ ਵੀ ਕਿਤੇ ਦਾ ਲੱਗਦਾ ਸੀਗਾ। ਉਹ ਜਦੋਂ ਜਿਹੜੀ ਬੀੜੀ ਤੋਂ ਕੰਮ ਸ਼ੁਰੂ ਹੋਇਆ, ਚੋਰੀ ਛੱਪੇ ਸੂਟਾ ਵੀ ਲਾ ਲੈਂਦੇ ਸੀਗੇ, ਖੇਡਦਿਆਂ ਮਲਦਿਆਂ। ਕਦੇ ਉਹ ਫੀਮ ਘੜੇ ਚੋਂ ਕੱਢ ਲੈਣੀ। ਸਾਡੇ ਤਾਂ ਇੱਥੋਂ ਤੱਕ ਹਾਲਤ ਸੀਗੀ ਜੀ। ਇੱਕ ਵਾਰੀ ਮੈਂ ਟਿਫਨ ਅਬੋਹਰ ਪੜ੍ਹਦਾ ਹੁੰਦਾ ਸੀਗਾ, ਵੈਨ ਦੇ ਵਿੱਚ ਮੈਂ ਟਿਫਨ ਖੋਲਿਆ, ਉਹ ਵੀ ਅਫੀਮ ਨਾਲ ਭਰਿਆ ਪਿਆ। ਰੋਟੀ ਵਾਲਾ ਟਿਫਨ ਵੀ ਭੁਲੇਖੇ ਨਾਲ ਕਿਤੇ ਉਹ ਪਾਤਾ। ਇੰਨਾ ਜ਼ਿਆਦਾ ਨਸ਼ਾ ਸੀਗਾ ਜੀ, ਉਹ ਕਿਤੇ ਲਾ ਲਈਦੇ ਸੀ। ਇੱਥੇ ਆ ਕੇ ਮੈਨੂੰ ਮਹਿਸੂਸ ਹੋਇਆ ਕਿ ਜ਼ਿੰਦਗੀ ਜੀਣ ਦਾ ਜਿਹੜਾ ਉਹ ਟਾਈਮ ਆ ਗਿਆ। ਆਪਾਂ ਤਾਂ ਐਵੇਂ ਪਿੰਡ ਦੇ ਵਿੱਚ ਐਵੇਂ ਧੱਕੇ ਖਾਈ ਜਾਂਦੇ ਸੀਗੇ। ਫਿਰ ਇੱਥੇ ਆ ਕੇ ਜੀ ਕੁਛ ਗਲਤ ਸੋਸਾਇਟੀ ਹੋ ਗਈ। ਕੁਛ ਮੈਨੂੰ ਲੱਗਿਆ ਕਿ ਇਹ ਜ਼ਿੰਦਗੀ ਜੀਣੀ ਚਾਹੀਦੀ ਹੈ। ਬਹੁਤ ਜੀਲੀ ਹੈ ਪਿੰਡ ਵਾਲੀ ਜ਼ਿੰਦਗੀ, ਬੰਦਸ਼ਾਂ 'ਚ ਰਹੇ ਹਾਂ। ਮੈਂ ਕੁਛ ਸ਼ੌਂਕ ਨੂੰ ਇੱਕ ਏਦਾਂ ਲੱਗਿਆ ਕਿ ਨਸ਼ਾ ਹੈ ਜਿਹੜਾ ਕੁਛ ਨਹੀਂ ਵਿਗਾੜ ਸਕਦਾ। ਆਪਾਂ ਕਰਕੇ ਆਏ, ਕਿਸੇ ਨੂੰ ਪਤਾ ਵੀ ਨਹੀਂ ਲੱਗਿਆ, ਸਰੀਰ ਤੇ ਵੀ ਕੋਈ ਇਫੈਕਟ ਨਹੀਂ, ਕਰਦੇ ਆ ਨਾਲ ਗੇਮ ਸ਼ੁਰੂ ਕਰਦੇ। ਤੁਸੀਂ ਕਬੱਡੀ ਦੀ ਗੱਲ ਕੀਤੀ। ਕਬੱਡੀ ਬੇਬੇ ਨੇ, ਮਾਤਾ ਨੇ ਜੀ ਤੁਹਾਨੂੰ ਰੋਕਣਾ ਚਾਹਿਆ ਕਬੱਡੀ ਤੋਂ, ਕਿਉਂਕਿ ਫਾਦਰ ਸਾਹਿਬ ਕਬੱਡੀ ਕਰਦੇ ਆ, ਨਸ਼ੇ ਤੇ ਲੱਗੇ ਸੀ। ਕਬੱਡੀ ਦਾ ਤੇ ਨਸ਼ੇ ਦਾ ਕੀ ਸੰਬੰਧ ਹੈ? ਕਬੱਡੀ
ਜਿਨ੍ਹਾਂ ਤੋਂ ਪੈਸੇ ਖੋਏ ਆ, ਜਿਨ੍ਹਾਂ ਦੇ ਨਾਲ ਇਦਾਂ ਦੇ ਵਧੀਕੀਆਂ ਕੀਤੀਆਂ, ਉਹ ਕੱਲ ਨੂੰ ਮੇਰੇ ਨਾਲ ਕੀ ਕਰਨਗੇ। ਪਰ ਮੈਂ ਹੁਣ ਦੇਖਿਆ ਤੁਸੀਂ ਲੋਕਾਂ ਨੂੰ ਕਾਫੀ ਦਬਕਾ ਕੇ ਰੱਖਦੇ ਹੋਵੋਗੇ, ਦਬਕੇ ਥੱਲੇ ਆਪਣੇ। ਨਹੀਂ ਜੀ, ਮੈਂ ਹੁਣ ਦੇਖਿਆ ਕਾਫੀ ਦੁਆ ਸਲਾਮ ਤੁਸੀਂ ਸਿਰ ਨਵਾਉਂਦੇ ਆਏ ਆ ਸਾਰੇ ਅੱਗੇ। ਇਹ ਵੀ ਤਬਦੀਲੀ ਕਾਫੀ ਵੱਡੀ ਤਬਦੀਲੀ ਹੈ। ਨਹੀਂ ਜੀ, ਉਦੋਂ ਜਿਹੜਾ ਸੀਗਾ ਨਾ, ਉਦੋਂ ਦੁਆ ਸਲਾਮ ਹੁੰਦੀ ਸੀਗੀ ਜੀ, ਜਿਹੜੀ ਹੈ ਉਹ ਦੂਸਰੇ ਮਿੰਟੂ ਨੂੰ। ਉਹ ਮਿੰਟੂ ਮਰ ਕੇ ਦੂਸਰਾ ਮਿੰਟੂ ਜਿਹੜਾ ਪੈਦਾ ਹੋਇਆ, ਇਹ ਦੁਆ ਸਲਾਮ ਹੈ ਉਸ ਮਿੰਟੂ ਨੂੰ। ਉਹ ਡਰ ਕੇ ਹੁੰਦੀ ਸੀ, ਇਹ ਪਿਆਰ ਨਾਲ ਹੁੰਦੀ ਹੈ। ਉਹ ਵੈਰੀ ਗੁੱਡ, ਗੁੱਡ। ਹਾਂਜੀ। ਅੱਛਾ, ਇਹ ਫਿਰ ਨਸ਼ਾ ਛੱਡਣ ਦਾ ਤੁਸੀਂ ਫੈਸਲਾ ਕਰ ਲਿਆ। ਮੁਸ਼ਕਲਾਂ ਕੀ ਆਈਆਂ ਬਾਡੀ ਨੂੰ, ਸਰੀਰ ਨੂੰ, ਕਿਉਂਕਿ ਇੱਕਦਮ ਤਾਂ ਛੱਡ ਨਹੀਂ ਸਕਦੇ ਤੁਸੀਂ। ਹਾਂਜੀ, ਮੈਂ ਦੱਸਦਾ ਜੀ, ਮੈਂ ਜਦੋਂ ਇਹਨਾਂ ਚੀਜ਼ਾਂ ਨੂੰ ਆਪਣੇ ਅੰਦਰ ਸਵੈ ਚਿੰਤਨ ਜਿਹਨੂੰ ਕਹਿੰਦੇ ਆ, ਸਵੈ ਚਿੰਤਨ ਕੀਤਾ, ਤੇ ਮੈਨੂੰ ਆਪਣੇ ਘਰੇ ਉੱਥੇ ਪੈ ਕੇ ਪਤਾ ਲੱਗਾ ਕਿ ਸਾਡੀ 2.5 ਕਿੱਲੇ ਜ਼ਮੀਨ ਹੈ ਜਿਹੜੀ ਉਹ ਵਿਕ ਚੁੱਕੀ ਹੈ ਇਹਨਾਂ ਚੀਜ਼ਾਂ 'ਚ, ਕਿਉਂਕਿ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਘਰੇ ਕੀ ਹੋ ਰਿਹਾ ਕੀ ਨਹੀਂ। 10 ਕੁ ਕਿੱਲੇ ਸਾਡੇ ਕੋਲ ਜ਼ਮੀਨ ਸੀਗੀ ਜੀ। ਤਾਂ ਮੈਨੂੰ ਉਸ ਦਿਨ ਪਤਾ ਲੱਗਿਆ ਕਿ ਮੇਰਾ ਭਰਾ ਵੀ ਡਰੱਗਸ ਲੈਂਦਾ, ਛੋਟਾ ਭਰਾ ਵੀ ਮੇਰਾ ਡਰੱਗਸ ਲੈਂਦਾ। ਮੈਨੂੰ ਇਹਨਾਂ ਚੀਜ਼ਾਂ ਨੇ ਬਹੁਤ ਚੋਟ ਕੀਤੀ ਜੀ, ਕਿ ਮੈਂ ਤਾਂ ਖੁਦ ਗਿਆ ਹੀ ਗਿਆ ਸੀ, ਮੇਰਾ ਭਰਾ ਵੀ ਗਿਆ, ਔਰ 2.5 ਕਿੱਲੇ ਜ਼ਮੀਨ ਜਿਹਨੂੰ ਬਚਾਉਂਦਾ ਸਾਡਾ ਬਾਪੂ ਪਾਰ ਲੰਘ ਗਿਆ। ਜੋ ਇਹ ਸਾਰਾ ਕਾਰਨ ਆ ਮੈਂ, ਕਿਉਂਕਿ ਮੇਰੇ ਫਾਦਰ ਦੀ ਡੈਥ ਹੋਈ ਜੇਲ੍ਹ ਦੇ ਵਿੱਚ, ਉਹ ਵੀ ਮੇਰੇ ਕਰਕੇ ਹੋਈ, ਕਿਉਂਕਿ ਮੇਰਾ ਕੇਸ ਸੀਗਾ, ਮੇਰੀ ਲੜਾਈ ਹੋਈ ਪਿੰਡ ਦੇ ਵਿੱਚ ਆਪਣੇ ਸ਼ਰੀਕੇ ਕਬੀਲੇ 'ਚ। ਉਹ ਛਡਾਉਣ ਆਇਆ, ਤੂੰ ਉਹਨਾਂ ਨੇ ਵਿੱਚ ਰੱਖਤਾ, ਸਜ਼ਾ ਹੋ ਗਈ ਸਾਨੂੰ, ਜੇਲ੍ਹ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਮੈਨੂੰ ਬਦਕਿਸਮਤੀ ਕਹਿ ਲਓ ਮੇਰੀ, ਕਿ ਮੈਨੂੰ ਸੰਸਕਾਰ ਤੇ ਆਉਣ ਦਾ ਵੀ ਮੌਕਾ ਨਹੀਂ ਮਿਲਿਆ ਜੇਲ੍ਹ ਦੇ ਵਿੱਚੋਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਆਪਣੇ ਅੰਦਰ ਜਦੋਂ ਇਹਨਾਂ ਦਾ ਮੁਲਾਂਕਣ ਕੀਤਾ, ਤੇ ਮੈਂ ਪਾਇਆ ਕਿ ਮੈਂ ਇਸ ਘਰ ਦਾ ਗੁਨਾਹਗਾਰ ਹਾਂ, ਮੈਂ ਆਪਣੀ ਮਾਂ ਦਾ ਗੁਨਾਹਗਾਰ ਹਾਂ। ਔਰ ਜੇ ਅੱਜ ਮੇਰਾ ਭਰਾ ਡਰੱਗਸ ਦੀ ਦੁਨੀਆ 'ਚ ਵੜਿਆ, ਤੇ ਕਿਤੇ ਨਾ ਕਿਤੇ ਜਿਵੇਂ ਮੈਂ ਆਪਣੇ ਪਿਓ ਦਾਦਿਆਂ ਨੂੰ ਗਿਣਦਾ ਕਿ ਉਹ ਗੁਨਾਹਗਾਰ ਆ ਜਿਨ੍ਹਾਂ ਨੇ ਵਿਰਾਸਤ 'ਚ ਮੈਨੂੰ ਨਸ਼ਾ ਦਿੱਤਾ, ਕਿਤੇ ਨਾ ਕਿਤੇ ਅੱਜ ਮੈਂ ਆਪਣੇ ਭਰਾ ਦਾ, ਅੱਜ ਕਿਤੇ ਨਾ ਕਿਤੇ ਮੈਂ ਆਪਣੀ ਮਾਂ ਦਾ ਗੁਨਾਹਗਾਰ ਹਾਂ। ਫਿਰ ਮੈਂ ਪ੍ਰਣ ਕੀਤਾ ਜੀ, ਦੁਆ ਵੀ ਕੀਤੀ ਵਾਹਿਗੁਰੂ ਅੱਗੇ, ਕਿ ਜੇਕਰ ਮੈਨੂੰ ਪੈਰਾਂ ਤੇ ਖੜਾ ਕਰ ਦਿੰਦਾ ਵਾਹਿਗੁਰੂ, ਤਾਂ ਮੈਂ ਕਦੇ ਬੁਰੇ ਰਾਹਾਂ ਤੇ ਪੈਰ ਨਹੀਂ ਪਾਊਂਗਾ। ਜਿੰਨਾ ਚਿਰ ਜ਼ਿੰਦਗੀ ਜੀਊਂਗਾ ਮੈਂ ਚੰਗੇ ਰਾਹਾਂ ਵਾਲੇ ਪੈਰ ਪੱਟੂੰਗਾ। ਪ੍ਰਣ ਕੀਤਾ। ਪਰ ਸਭ ਤੋਂ ਵੱਡੀ ਮੁਸ਼ਕਲ ਇਹ ਸੀ ਕਿ ਮੈਂ ਨਸ਼ਾ ਕਿਵੇਂ ਛੱਡਾਂ ਤੇ ਕਰਾਂ ਕੀ। ਨਸ਼ੇ ਨੂੰ ਮੈਂ ਮਗਰੋਂ ਕਿਵੇਂ ਲਾਵਾਂ, ਕਿਉਂਕਿ ਉਸ ਟਾਈਮ ਮੈਂ ਬਹੁਤ ਜ਼ਿਆਦਾ ਨਸ਼ਾ ਕਰਦਾ ਸੀਗਾ। ਨਸ਼ਾ ਛੱਡਾਂ ਕਿਵੇਂ ਤੇ ਕਰਾਂ ਕੀ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਮਿੰਟੂ ਜੀ। ਸੋ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਮਿੰਟੂ ਗੁਰੂਸਰੀਆ ਨਾਲ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜਲਦੀ ਪਰਤਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਟਾਕਿੰਗ ਪੰਜਾਬ ਸ਼ੋਅ ਦੇ ਵਿੱਚ ਅਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਮਿੰਟੂ ਗੁਰੂਸਰੀਆ, ਜੇ ਅਸੀਂ ਕਹੀਏ ਕਿ ਕਨਫੈਸ਼ਨ ਸਟੇਟਮੈਂਟ ਹੈ ਮਿੰਟੂ ਗੁਰੂਸਰੀਆ ਦੀ, ਤਾਂ ਕੋਈ ਅਤਕਥਨੀ ਨਹੀਂ ਹੋਏਗੀ। ਇੱਕ ਕਨਫੈਸ਼ਨ ਸਟੇਟਮੈਂਟ ਦੇ ਵਿੱਚ ਜੋ ਕੁਝ ਲੁਕਿਆ ਹੁੰਦਾ, ਜੋ ਕੁਝ ਪਰਦੇ ਹੁੰਦੇ ਨੇ, ਤਹਿਾਂ ਹੁੰਦੀਆਂ ਨੇ, ਉਹ ਸਾਰੀਆਂ ਇੱਕ ਇੱਕ ਕਰਕੇ ਮਿੰਟੂ ਗੁਰੂਸਰੀਆ ਖੋਲ ਰਹੇ ਨੇ। ਨਸ਼ਿਆਂ ਦੀ ਦਲਦਲ ਦੇ ਵਿੱਚ ਕਿਵੇਂ ਗਏ, ਕਿਵੇਂ ਬਾਹਰ ਆਏ, ਤੇ ਕੀ ਅੱਗੇ ਉਹਨਾਂ ਦਾ ਟੀਚਾ। ਸੋ ਮਿੰਟੂ ਗੁਰੂਸਰੀਆ ਸਾਡੇ ਨਾਲ ਨੇ। ਮਿੰਟੂ ਜੀ, ਤੁਸੀਂ ਇੱਕ ਗੱਲ ਕਰ ਰਹੇ ਸੀ ਕਿ ਕਿਵੇਂ ਨਿਕਲੇ, ਕਿਵੇਂ ਬਾਹਰ। ਜਦੋਂ ਜੀ ਮੈਂ ਆਪਣੇ ਘਰ ਦੀਆਂ ਪਰਿਸਥਿਤੀਆਂ ਦੇਖੀਆਂ ਕਿ ਇਥੋਂ ਮੈਂ ਜ਼ਿੰਮੇਵਾਰ ਹਾਂ, ਫਿਰ ਮੈਂ ਆਪਣੇ ਅਹਿਸਾਸ ਹੋ ਗਿਆ। ਫਿਰ ਮੈਂ ਬੜਾ ਨਸ਼ਾ ਜ਼ਿਆਦਾ ਕਰਦਾ ਸੀਗਾ ਜੀ। ਬਹੁਤ ਟਾਈਮ ਹੋ ਗਿਆ ਸੀਗਾ, ਲੌਂਗ ਟਾਈਮ ਤੋਂ ਮੈਂ ਨਸ਼ਾ ਲੈ ਰਿਹਾ ਸੀ ਰੈਗੂਲਰ। ਮੇਰੇ ਲਈ ਛੱਡਣਾ ਬੜਾ ਔਖਾ ਸੀ। ਫਿਰ ਮੈਂ ਸਮੈਕ ਛੱਡੀ। ਪਹਿਲਾਂ ਸਮੈਕ ਤੋਂ ਮੈਂ ਭੁੱਕੀ ਫੀਮ ਖਾਧੀ ਜੀ। ਉਹ ਕੁਇਟ ਕਰਕੇ ਮੈਂ ਦਵਾਈ ਲਈ, ਉਹ ਕੁਇਟ ਕਰਕੇ ਫਿਰ ਇਦਾਂ ਚੀਜ਼ਾਂ ਕਰਦਾ ਵਨ ਬਾਈ ਵਨ ਮੈਂ ਕਿਸੇ ਨੇ ਮੈਨੂੰ ਕੋਈ ਮਜਬੂਰ ਨਹੀਂ ਕੀਤਾ, ਕੋਈ ਮਜਬੂਰੀ ਨਹੀਂ ਪਾਈ। ਘਰਦਿਆਂ ਨੇ ਕਿਹਾ ਕਿ ਤੂੰ ਖਾ, ਸਮੈਕ ਨਾ ਪੀ, ਤੂੰ ਜੋ ਵੀ। ਅਮਲੀ ਬੰਦੇ ਦੀ ਜ਼ਿੰਦਗੀ 'ਚ ਇੱਕ ਹੋਰ ਪੜਾਅ ਆਉਂਦਾ, ਜਦੋਂ ਉਸ ਦਾ ਨਸ਼ਾ ਜਗ ਜ਼ਾਹਰ ਹੋਣ ਲੱਗ ਪੈਂਦਾ, ਤਾਂ ਜਿਹੜੇ ਸਮਾਜ ਦੇ, ਸਾਡੀ ਸੁਸਾਇਟੀ ਦੇ ਸਿਆਣੇ ਲੋਕ ਹੁੰਦੇ ਨੇ, ਉਹਨੂੰ ਟੋਕਣ ਲੱਗ ਜਾਂਦੇ ਨੇ ਕਿ ਭਾਈ ਨਸ਼ਾ ਛੱਡ ਦੇ, ਨਸ਼ਾ ਨਾ ਕਰ, ਚੰਗੀ ਚੀਜ਼ ਨਹੀਂ, ਮਰ ਜਾਏਗਾ, ਡੁੱਬ ਜਾਏਗਾ, ਘਰ ਤਬਾਹ ਹੋ ਜਾਊਗਾ। ਇੱਦਾਂ ਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਲੋਕ ਆਏ, ਤੇ ਉਸ ਵੇਲੇ ਤੁਸੀਂ ਕੀ ਮਹਿਸੂਸ ਕਰਦੇ ਸੀ? ਉਹ ਲੋਕਾਂ ਨੂੰ ਵਧੀਆ ਮਹਿਸੂਸ ਕਰਦੇ ਸੀ, ਜਾਂ ਇਸ ਤਰ੍ਹਾਂ ਉਹਨਾਂ ਨਾਲ ਗੁੱਸਾ ਦਿਮਾਗ ਦੇ ਵਿੱਚ ਆਉਂਦਾ ਸੀ? ਉਦੋਂ ਕੋਈ ਚੰਗਾ ਨਹੀਂ ਸੀ ਲੱਗਦਾ ਜੀ। ਉਦੋਂ ਕੋਈ ਰੋਕਦਾ ਟੋਕਦਾ ਚੰਗਾ ਨਹੀਂ ਸੀ ਲੱਗਦਾ। ਈਵਨ ਮਾਂ ਪਿਓ ਵੀ ਕਹਿੰਦਾ ਸੀਗਾ, ਤੇ ਉਹ ਵੀ ਵਿਅਰਗਾ ਲੱਗਦਾ ਸੀਗਾ ਕਿ ਨਹੀਂ, ਸਾਡੀ ਜ਼ਿੰਦਗੀ, ਅਸੀਂ ਜੋ ਮਰਜ਼ੀ ਕਰੀਏ, ਇਹ ਸਾਡੀ ਜ਼ਿੰਦਗੀ ਆ, ਅਸੀਂ ਜਿਵੇਂ ਮਰਜ਼ੀ ਜੀਏ। ਪਰ ਮੈਂ ਦੇਖਿਆ ਜੀ, ਇੱਕ ਦਰਦ ਦੇਖਿਆ ਆਪਦੀ ਮਾਂ ਦੇ ਸੀਨੇ 'ਚ, ਕਿਉਂਕਿ ਉਹ ਚੌਥੀ ਪੀੜ੍ਹੀ ਏਦਾਂ ਦੇਖ ਰਹੀ ਸੀ। ਇੱਕ ਮੇਰੇ ਦਾਦੇ ਨੂੰ,
ਉਹਨੇ ਪਹਿਲਾਂ ਸਾਂਭਿਆ, ਫਿਰ ਮੇਰੇ ਫਾਦਰ ਨੂੰ, ਫਿਰ ਮੇਰੇ ਤਾਏ ਹੋਰੀ ਸੀਗੇ, ਤਾਏ ਦੇ ਲੜਕੇ ਸੀਗੇ ਉਹਨਾਂ ਨੂੰ, ਔਰ ਚੌਥਾ ਮੈਂ।
ਕੇ ਲਿਆਉਣਾ। ਇਹ ਚੀਜ਼ ਬੜੀ ਜ਼ਰੂਰੀ ਹੈ। ਨਫ਼ਰਤ ਨਾ ਕਰੋ। ਮੈਂ ਦੇਖਦਾ ਜੀ ਨਸ਼ੇੜੀ ਬੜੇ ਮੁੰਡੇ ਆ, ਮੈਂ ਰੋਜ਼ਾਨਾ ਤੁਹਾਨੂੰ ਜੇ ਕਿਤੇ ਸਬੱਬ ਬਣਿਆ ਦੱਸੂਗਾ ਜੀ ਸਾਰੇ, ਰੋਜ਼ਾਨਾ 4-5 ਮੁੰਡਿਆਂ ਦੇ ਮੈਨੂੰ ਮੈਸੇਜ ਫੋਨ ਆਉਂਦੇ ਆ ਜਿਹੜੇ ਮੇਰੀ ਜ਼ਿੰਦਗੀ ਦੇਖ ਕੇ ਬਦਲਦੇ ਆ। ਰੋਜ਼ਾਨਾ ਮੇਰੀ ਜ਼ਿੰਦਗੀ, ਇਹ ਇੱਕ ਬਹੁਤ ਵੱਡਾ ਪੋਜ਼ਿਟਿਵ ਸਾਈਨ ਆ। ਜੇ ਇੱਕ ਮਿੰਟੂ ਰੋਜ਼ਾਨਾ ਦੇ 4-4 5-5 ਬੰਦੇ ਖੜੇ ਕਰੀ ਜਾਂਦਾ ਹੈ, ਜੇ ਇੱਕ ਪਿੰਡ ਚੋਂ ਇੱਕ ਮਿੰਟੂ ਪੈਦਾ ਹੋ ਜਾਵੇ, ਤੇ ਮੈਂ ਕਹਿੰਦਾ ਜੀ ਕਿਉਂ ਨਾ ਅਸੀਂ ਜੰਗ ਲੜ ਸਕਦੇ। ਪਰ ਮੇਰੀ ਇਹ ਤਮੰਨਾ ਜੀ ਹਰੇਕ ਘਰ ਦੇ ਵਿੱਚ ਮੇਰੇ ਵਰਗਾ ਬੰਦਾ ਖੜਾ ਹੋਵੇ, ਜਿਹੜਾ ਅੱਗੇ ਇਦਾਂ ਦਾ ਬੰਦਾ ਖੜਾ ਕਰੇ। ਇੱਕ ਬੰਦਾ ਖੜਾ ਕਰੇ, ਘੱਟੋ ਘੱਟ ਇੱਕ ਪਿੰਡ ਚ ਇੱਕ ਹੋ ਗਿਆ, ਬਸ ਨਸ਼ੇੜੀ ਅਸੀਂ ਬਾਜ਼ੀ ਜਿੱਤ ਗਏ। ਬਿਲਕੁਲ ਜੀ, ਨਸ਼ੇੜੀ ਨੂੰ ਨਫ਼ਰਤ ਨਾ ਕਰੋ। ਨਸ਼ੇੜੀ ਹਮੇਸ਼ਾ ਸਹਾਰਾ ਪਾਲਦਾ ਜੀ। ਨਸ਼ੇੜੀ ਬਹੁਤ ਜ਼ਿਆਦਾ ਅੰਦਰੋਂ ਟੁੱਟਿਆ ਹੁੰਦਾ, ਉਹਨੂੰ ਮੋਢਾ ਹੀ ਨਹੀਂ ਮਿਲਦਾ, ਕਿਉਂਕਿ ਘਰੋਂ ਵੀ ਉਹਦਾ ਜਿਹੜਾ ਤਿਰਸਕਾਰ ਹੁੰਦਾ ਹੈ, ਸਮਾਜ ਦੇ ਵਿੱਚੋਂ ਵੀ ਤਿਰਸਕਾਰ ਹੁੰਦਾ, ਯਾਰਾਂ ਦੋਸਤਾਂ ਨਾਲੋਂ ਵੀ ਟੁੱਟ ਜਾਂਦਾ ਹੈ, ਉਹ ਰਿਸ਼ਤੇਦਾਰ ਪਹਿਲਾਂ ਹੀ ਛੱਡ ਜਾਂਦੇ ਆ ਜੀ। ਇਸ ਸਿਚੁਏਸ਼ਨ ਦੇ ਵਿੱਚ ਕਰਨਾ ਕੀ ਹੈ ਜੀ, ਅਸੀਂ ਉਹਨੂੰ ਸਹਾਰਾ ਦੇਣਾ ਆ। ਜਦੋਂ ਬੰਦਾ ਨਸ਼ਾ ਛੱਡਦਾ ਤਾਂ ਨਸ਼ਾ ਛੱਡਣ ਲਈ ਤਾਂ ਉਹਨੇ ਆਪਣੀ ਮਿਹਨਤ ਕੀਤੀ ਹੁੰਦੀ ਆ, ਆਪਣੇ ਅੰਦਰ ਅਹਿਸਾਸ ਜਗਾਇਆ ਹੁੰਦਾ, ਜਾਗਰਤੀ ਲਿਆਂਦੀ ਹੁੰਦੀ ਆ ਆਪਣੇ ਅੰਦਰ। ਪਰ ਜਿਹੜਾ ਨਸ਼ਾ ਵੇਚਣ ਵਾਲਾ, ਉਹਦਾ ਤਾਂ ਕਾਰੋਬਾਰ ਬੰਦ ਹੋ ਰਿਹਾ ਜੀ, ਉਹ ਕਿਵੇਂ ਸਹਿਣ ਕਰਦਾ ਇਸ ਗੱਲ ਨੂੰ? ਬਿਲਕੁਲ, ਇਹ ਇੱਕ ਬਹੁਤ ਵਧੀਆ ਸਵਾਲ ਹੈ ਕਿ ਤੁਹਾਨੂੰ ਨਸ਼ਾ ਛੱਡਣ ਦੀ ਸੂਰਤ 'ਚ ਦੁਬਾਰਾ ਟਾਰਗੇਟ ਕੀਤਾ ਜਾਏਗਾ। ਅੱਜ ਕੱਲ ਟਾਰਗੇਟ, ਮੈਂ ਤੁਹਾਨੂੰ ਪਹਿਲਾਂ ਸ਼ੁਰੂ 'ਚ ਕਿਹਾ ਨਾ ਜੀ, ਨਸ਼ਾ 3 ਕਾਰਨਾਂ ਕਰਕੇ ਲੱਗਦਾ। ਸੋਚ ਦਾ ਕਈ ਵਾਰੀ ਹੁੰਦਾ, ਕਈ ਵਾਰੀ ਸ਼ੌਂਕ ਪੱਟ ਜਾਂਦੇ ਆ, ਕਈ ਵਾਰੀ ਸਾਜ਼ਿਸ਼ ਹੋ ਜਾਂਦੀ ਹੈ। ਅੱਜ ਕੱਲ ਜ਼ਿਆਦਾ ਸਾਜ਼ਿਸ਼ ਵੀ ਹੈ। ਸਕੂਲਾਂ ਕਾਲਜਾਂ ਨੂੰ ਟਾਰਗੇਟ ਕੀਤਾ ਜਾਂਦਾ ਜੀ, ਡੀਲਰ ਜਾਂਦੇ ਆ ਉੱਥੇ, ਚਾਹੇ ਸਟੂਡੈਂਟ ਦੇ ਰੂਪ 'ਚ ਜਾਂਦੇ ਆ, ਚਾਹੇ ਆਊਟਸਾਈਡਰ ਦੇ ਰੂਪ 'ਚ ਜਾਂਦੇ ਆ। ਨਸ਼ਾ ਜਦੋਂ ਛੱਡ ਜਾਂਦਾ ਆ ਬੰਦਾ, ਉਹਦੇ ਲਈ ਜਿਹੜਾ 6 ਮਹੀਨੇ ਦਾ ਪੀਰੀਅਡ ਹੈ ਉਹ ਬੜਾ ਜ਼ਰੂਰੀ ਹੈ ਜੀ। 6 ਮਹੀਨੇ ਉਸ ਬੰਦੇ ਨੂੰ, ਜੇ ਆਪਣਾ ਕੋਈ ਭੈਣ ਭਰਾ ਆ, ਉਸ ਬੰਦੇ ਨੂੰ ਬਚਾਉਣਾ ਚਾਹੀਦਾ। ਬੁਰੀ ਸੰਗਤ, ਜਾਂ ਆਪਾਂ ਨੂੰ ਸ਼ੱਕ ਹੈ ਕਿ ਡੀਲਰ ਹੈ ਬੰਦਾ ਜਾਂ ਨਸ਼ੇੜੀ ਹੈ, ਉਹਦੀ ਸੰਗਤ ਤੋਂ ਦੂਰ ਰੱਖੋ, ਕਿਉਂਕਿ ਉਹਨਾਂ ਨੂੰ, ਜਾਂ ਖਾਸ ਕਰਕੇ ਜਿਹੜਾ ਬੰਦਾ ਕੰਮ ਕੋਈ ਨਹੀਂ ਕਰਦਾ ਪਰ ਉਹ ਐਸ਼ ਪੂਰੀ ਕਰ ਰਿਹਾ, ਉਹ ਵਧੀਆ ਕੱਪੜੇ ਪਾ ਰਿਹਾ, ਬਹੁਤ ਵਧੀਆ ਉਹ ਗੱਡੀ ਤੇ ਜਾ ਰਿਹਾ ਜੀ, ਉਹਨੂੰ ਜਰਾ ਕੁ ਧਿਆਨ ਨਾਲ ਦੇਖਣਾ ਚਾਹੀਦਾ। ਬਿਲਕੁਲ ਇਹ ਡੀਲਰ ਹੈ ਨਾ ਜੀ ਜਿਹੜੇ, ਇਹ ਕੋਈ ਵੀ ਹੋ ਸਕਦਾ ਹੈ। ਭਾਵੇਂ ਕਿਸੇ ਨੂੰ 100 ਕਿੱਲੇ ਜ਼ਮੀਨ ਆਉਂਦੀ ਹੈ ਨਾ, ਉਹ ਵੀ ਹੋ ਸਕਦਾ ਹੈ। ਚਾਹੇ ਉਹ ਰੋਡਪਤੀ ਹੈ, ਉਹ ਵੀ ਹੋ ਸਕਦਾ, ਕਿਉਂਕਿ ਜਿਹੜਾ ਬੰਦਾ ਨਸ਼ਾ ਕਰਨ ਲੱਗ ਪਿਆ, ਉਹ ਨਸ਼ਾ ਵੇਚੇਗਾ, ਕਿਉਂਕਿ ਨਸ਼ਾ ਇੰਨਾ ਮਹਿੰਗਾ ਹੈ ਜੀ। ਹੁਣ 2,500 ਨੂੰ ਗ੍ਰਾਮ ਆ ਹੈਰੋਇਨ, 2-3 ਗ੍ਰਾਮ, ਕਈ ਬੰਦੇ ਇਦਾਂ ਦੇ ਜਿਹੜੇ 2-3 ਗ੍ਰਾਮ ਡੇਲੀ ਯੂਜ਼ ਕਰਦੇ ਆ। ਤੇ ਦੇਖੋ 4-5 ਹਜ਼ਾਰ, ਕਈ ਬੰਦੇ ਇਦਾਂ ਦੇ ਮੈਂ ਆਪਣੀ ਲਾਈਫ 'ਚ ਦੇਖੇ ਜਿਨ੍ਹਾਂ ਦਾ 1000 ਰੁਪਏ ਡੇਲੀ ਦਾ ਸਿਗਰਟਾਂ ਦਾ ਖਰਚਾ ਆ। ਉਹ ਇਹ ਖਰਚਾ ਲਗਾਤਾਰ ਬਰਕਰਾਰ ਰੱਖਣਾ ਘਰੋਂ ਬੜਾ ਔਖਾ ਹੈ। ਉਹ ਫਿਰ ਇਦਾਂ ਹੀ ਆ ਜੀ ਕਿ ਲਿਆ ਕੇ ਵਿੱਚੋਂ ਥੋੜਾ ਵੇਚ ਦਿੰਦੇ ਆ, ਥੋੜਾ ਇਸਤੇਮਾਲ ਕਰ ਲੈਂਦੇ ਆ। ਉਹ ਹਰੇ ਇਦਾਂ ਹੀ ਚੇਨ ਬਣਦੀ ਜਾਂਦੀ ਹੈ ਜੀ। ਜਿਹੜੇ ਨਵੇਂ ਆਉਂਦੇ ਆ, ਉਹ ਜਿਹੜੇ ਪੁਰਾਣੇ, ਉਹ ਨਵੇਂ ਅੱਗੇ ਡੀਲਰ ਰੱਖ ਲੈਂਦੇ ਆ, ਉਹਨਾਂ ਨੂੰ ਥੋੜਾ ਲਾਲਚ ਦੇ ਦਿੰਦੇ ਆ, ਇਦਾਂ ਚੇਨ ਬਣਦੀ ਜਾਂਦੀ ਹੈ ਜੀ। ਇਹ ਬੜਾ ਜ਼ਰੂਰੀ ਹੈ ਕਿ ਇਹ ਪਛਾਣ ਰੱਖੋ। ਅੱਛਾ, ਜਦੋਂ ਸਵਾਲ ਸੀ ਕਿ ਨਸ਼ਾ ਛੱਡਦਾ ਬੰਦਾ ਤੇ ਵੇਚਣ ਵਾਲਾ ਉਹਦੇ ਤੋਂ ਕਿਵੇਂ, ਮਤਲਬ ਉਹਦੇ ਨਾਲ ਸੰਪਰਕ ਆ ਜਿਹੜਾ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰਦਾ, ਜਾਂ ਉਹ ਉਸ ਦੇ ਸੰਪਰਕ ਚੋਂ ਬਾਹਰ ਹੋ ਜਾਂਦਾ, ਇਹ ਪ੍ਰੋਸੈਸ ਵੀ ਇੱਕ ਹੈਗਾ ਜਿਹਦੇ ਤੇ ਗੱਲ ਕਰਨੀ ਪੈਂਦੀ ਹੈ। ਜੀ ਬਿਲਕੁਲ। ਜੇ ਨਸ਼ਾ ਛੱਡਿਆ ਜੀ, ਕੋਈ ਵੀ ਨੌਜਵਾਨ ਹੈ ਜੀ, ਕੋਈ ਨਸ਼ਾ ਛੱਡਦਾ ਆ, ਤੇ ਫਿਰ ਨਾਲ ਦੀ ਨਾਲ ਉਹ ਸੰਪਰਕ ਵੀ ਛੱਡ ਦਿਓ ਦੁਨੀਆ। ਜੇ ਤੁਹਾਡੀ ਸੋਚ ਉੱਥੇ ਜੁੜੀ ਰਹੀ ਨਾ, ਹਾਂ ਮੇਰੇ ਨਾਲ ਦਾ ਕੀ ਕਰਦੇ ਹੋਣਗੇ ਯਾਰ, ਉਹ ਤਾਂ ਇਸ ਟਾਈਮ ਲਹਿਰ 'ਚ ਹੋਣੇ ਆ, ਉਹ ਫਲਾਣਾ ਡੀਲਰ ਯਾਰ ਮਾਲ ਲੈ ਕੇ ਆਇਆ ਹੋਊਗਾ। ਜੇ ਤੁਸੀਂ ਉਹ ਸਾਈਕੋਲੋਜੀਕਲੀ ਜੇ ਜੁੜੇ ਰਹੇ, ਕਦੇ ਤੁਸੀਂ ਉਸ ਚੀਜ਼ ਤੋਂ ਬਾਹਰ ਨਹੀਂ ਆ ਸਕਦੇ। ਜਿਸ ਦਿਨ ਤੁਸੀਂ ਨਸ਼ਾ ਛੱਡਣਾ, ਉਸ ਦਿਨ ਇਹਨਾਂ ਨੂੰ ਮਰਿਆ ਗਿਣ ਲਓ। ਉਹ ਦੁਨੀਆ ਤੋਂ ਹੀ ਬਾਹਰ ਆਉਣਾ ਪੈਣਾ ਤੁਹਾਨੂੰ। ਉਸ ਦੁਨੀਆ ਨੂੰ ਖਤਮ ਕਰ ਦਿਓ ਜੀ, ਉਸ ਦੁਨੀਆ ਨੂੰ ਖਤਮ ਕਰ ਦਿਓ। ਮੈਂ ਇਹ ਨਹੀਂ ਕਹਿੰਦਾ ਕਿ ਨਫ਼ਰਤ ਕਰੋ ਆਪਣੇ ਸਾਥੀਆਂ ਨਾਲ, ਨਫ਼ਰਤ ਨਾ ਕਰੋ, ਪਰ ਮਨ ਦੇ ਵਿੱਚੋਂ ਮਾਰ ਦਿਓ ਕਿ ਮੇਰੇ ਸਾਥੀ ਨਹੀਂ, ਹਾਂ ਜੇ ਕੋਈ ਮੋੜ ਆਇਆ ਇਸ ਦੁਨੀਆ ਚੋਂ, ਦਲਦਲ ਚੋਂ ਬਾਹਰ ਆਇਆ ਮੇਰੇ ਅੱਖੇ, ਉਹ ਮੇਰਾ ਅਸਲੀ ਸਾਥੀ ਹੈ। ਜੇ ਉਹ ਉੱਥੇ ਹੀ ਖੜਾ ਰਿਹਾ, ਉਸ ਦਲਦਲ 'ਚ ਖੜਾ ਰਿਹਾ, ਨਸ਼ੀਲੀ ਦਲਦਲ 'ਚ ਫਸਿਆ ਰਿਹਾ, ਉਹ ਮੇਰਾ ਦੋਸਤ ਨਹੀਂ, ਦੁਸ਼ਮਣ ਆ। ਮੈਂ ਤਾਂ ਇੱਕ ਹੀ ਗੱਲ ਕਹਿਣਾ ਹੁੰਦਾ ਜੀ, ਜਿਹੜਾ ਤੁਹਾਨੂੰ ਪੰਨੀ ਤੇ ਪਾ ਕੇ ਦਿੰਦਾ ਹੈ ਨਾ, ਉਹ ਤੁਹਾਡਾ ਦੋਸਤ ਨਹੀਂ ਹੋ ਸਕਦਾ, ਉਹ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਆ। ਤੇ ਜਿਹੜਾ ਤੁਹਾਡਾ ਗੁੱਟ ਫੜ ਕੇ ਰੋਕਦਾ ਹੈ ਨਾ, ਤੁਸੀਂ ਉਹਨੂੰ ਚਾਹੇ ਚਪੇੜਾਂ ਵੀ ਮਾਰ ਦਿੰਦੇ ਹੋ ਗੁੱਸੇ 'ਚ, ਤੁਹਾਨੂੰ ਛੱਡ ਕੇ ਵੀ ਚਲਾ ਜਾਂਦਾ ਇੱਕ ਵੇਲੇ ਕਿ ਯਾਰ ਮੈਂ ਚੱਲਿਆ, ਤੂੰ ਨਹੀਂ ਹਟਦਾ, ਉਹ ਤੁਹਾਡਾ ਅਸਲੀ ਦੋਸਤ ਆ। ਉਹ ਨਹੀਂ ਹੈ ਦੋਸਤ ਜਿਹੜਾ ਕਹਿੰਦਾ ਲੈ ਚੱਕ ਮਿੱਤਰਾ ਲਾ ਲਾ।
ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਨੇ। ਹਾਂਜੀ ਮੈਟਰ ਕਰਦੀਆਂ ਇਸ ਮਾਮਲੇ 'ਚ। ਬਾਕੀ ਨਸ਼ਾ ਛੱਡਣਾ ਕੋਈ ਅਸੰਭਵ ਨਹੀਂ ਹੈ ਜੀ, ਦਵਾਈਆਂ ਬਹੁਤ ਵਧੀਆ ਮਿਲਦੀਆਂ ਜੀ। ਅੱਜ ਵੀ ਜੇ ਮੈਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਦਵਾਈ ਲੈਣਾ ਹੈ, ਪਰ ਡਾਕਟਰ ਨਾਲ ਕੰਸਲਟ ਕਰਦਾ ਹੈ ਕਿ ਆ ਮੈਨੂੰ ਪ੍ਰੋਬਲਮ ਹੈ, ਕਿ ਮੈਂ ਉਸ ਰਾਹ ਤੇ ਨਾ ਚਲਾ ਜਾਵਾਂ। ਕਦੇ ਕੋਈ ਇਦਾਂ ਦੀ ਚੀਜ਼ ਮੈਂ ਕਿ ਸਿਰ ਪੀੜ ਦੀ ਇੰਨਾ ਮੈਂ ਜੀ ਜੇ ਇੱਕ ਸਿਰ ਪੀੜ ਦੀ ਗੋਲੀ ਲੈਣੀ ਹੋਵੇ ਪਹਿਲਾਂ ਮੈਂ ਚੈੱਕ ਕਰਦਾ ਕਿ ਕਿਤੇ ਇਹ ਨਾ ਹੋਵੇ 2 ਦਿਨ ਖਾਧੀ ਅਤੇ ਤੀਜੇ ਦਿਨ ਮੈਨੂੰ ਇਹ ਸਿਰ ਪੀੜ ਵਾਲੀ ਗੋਲੀ ਮੈਨੂੰ ਲੱਗ ਜਾਵੇ। ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਨਸ਼ਾ ਹੀ ਨਸ਼ਾ ਹੈ। ਮੈਂ ਤਾਂ ਇੱਕ ਗੱਲ ਕਹਿਣਾ ਜੀ, ਜੇ ਤੁਸੀਂ ਆਪਣੀ ਪੀੜ੍ਹੀ ਨੂੰ ਬਚਾਉਣਾ ਆ ਤੇ ਪਹਿਲਾਂ ਤੁਹਾਨੂੰ ਆਪਣੇ ਘਰ ਦੀ ਸਫਾਈ ਕਰਨੀ ਪਵੇਗੀ। ਜਿਹੜੀਆਂ ਅਲਮਾਰੀ 'ਚ ਤੁਸੀਂ ਬੋਤਲਾਂ ਰੱਖੀਆਂ ਨਾ ਵੰਨ ਸਵੰਨੀਆਂ, ਉਹਨਾਂ ਨੂੰ ਕੂੜੇ 'ਚ ਸੁੱਟਣਾ ਪਵੇਗਾ ਜੇ ਤੁਸੀਂ ਆਪਣੀ ਔਲਾਦ ਨੂੰ ਬਚਾਉਣਾ ਆ। ਕਿਉਂਕਿ ਜੇ ਤੁਹਾਡੀ ਅਲਮਾਰੀ 'ਚ ਵੋਦਕਾ ਪਈ ਹੈ ਤੇ ਤੁਸੀਂ ਆਪਣੇ ਬੱਚੇ ਨੂੰ ਨਹੀਂ ਕਹਿ ਸਕਦੇ ਕਿ ਇਹ ਚੀਜ਼ ਮਾੜੀ ਹੈ। ਤੁਹਾਨੂੰ ਉਸ ਅਲਮਾਰੀ 'ਚੋਂ ਬੋਤਲਾਂ ਸਿੱਟ ਕੇ ਕਿਤਾਬਾਂ ਰੱਖਣੀਆਂ ਪੈਣਗੀਆਂ।
ਕਹਿੰਦੇ ਤੁਸੀਂ ਕਬੱਡੀ ਦਾ ਵਿਕਾਸ ਕੀ ਗਿਣਦੇ ਹੋ, ਅੱਜ ਦੀ ਕਬੱਡੀ ਤੇ ਤੁਹਾਡੇ ਵਾਲੀ ਕਬੱਡੀ 'ਚ ਕੀ ਫਰਕ ਸੀ? ਮੈਂ ਇੱਕ ਹੀ ਗੱਲ ਕਹੀ ਜੀ, ਮੈਂ ਕਿਹਾ ਉਦੋਂ ਕਬੱਡੀ ਭੁੱਕੀ ਖਾ ਕੇ ਖੇਡੀ ਜਾਂਦੀ ਸੀ, ਹੁਣ ਚਿੱਟਾ ਪੀ ਕੇ ਖੇਡੀ ਜਾਂਦੀ ਹੈ। ਇੰਨਾ ਕੋ ਕਬੱਡੀ ਦਾ ਫਰਕ ਆ। ਇਹ ਵਿਕਾਸ ਕੀਤਾ। ਇਹ ਵਿਕਾਸ ਕੀਤਾ ਕਬੱਡੀ ਨੇ। ਕਬੱਡੀ ਉਦੋਂ ਵੀ ਨਸ਼ਾ ਲੈ ਕੇ ਖੇਡੀ ਜਾਂਦੀ ਸੀਗੀ ਜੀ, ਕਬੱਡੀ ਅੱਜ ਵੀ ਨਸ਼ਾ ਲੈ ਕੇ ਖੇਡੀ ਜਾਂਦੀ ਹੈ। ਕਬੱਡੀ ਦੇ ਵਿੱਚ ਭਾਜੀ ਅਸਲ ਦੇ ਵਿੱਚ ਗੱਲ ਕੀ ਹੈ ਕਿ ਕਬੱਡੀ ਜਿਹੜੇ ਖਿਡਾਰੀ ਹੈ ਉਹ ਸ਼ਾਮ ਨੂੰ ਜਾਂ ਜਦੋਂ ਵੀ ਕਿਤੇ ਇਕੱਠੇ ਹੁੰਦੇ ਆ, ਉੱਥੇ ਸਿਰਫ ਨਸ਼ਾ ਹੀ ਚੱਲਦਾ ਆ। ਜਿਹੜੇ ਸੀਨੀਅਰ ਆ ਉਹ ਵਿਰਾਸਤ ਜੂਨੀਅਰ ਖਿਡਾਰੀਆਂ ਨੂੰ ਨਸ਼ਾ ਦੇ ਕੇ ਜਾਂਦੇ ਆ। ਜਿਹੜੇ ਸੀਨੀਅਰ ਆ, ਕਿਉਂਕਿ ਉਹ ਜੋ ਕੁਝ ਕਰਦੇ ਆ ਜੂਨੀਅਰਾਂ ਨੂੰ ਆਪਣੇ ਆਪ ਹੀ ਉਹ ਚੀਜ਼ ਜਿਹੜੀ ਆ ਉਹ ਮਿਲਦੀ ਜਾਂਦੀ ਹੈ। ਸਾਡੇ ਹੁਕਮਰਾਨ ਕਹਿੰਦੇ ਨੇ ਕਿ ਅਸੀਂ ਨੌਜਵਾਨਾਂ ਨੂੰ ਨਸ਼ੇ ਛਡਾਉਣ ਲਈ ਕਬੱਡੀ ਦੀ ਖੇਡ ਨੂੰ ਪ੍ਰਫੁੱਲਤ ਕਰ ਰਹੇ ਹਾਂ। ਜੀ ਨਹੀਂ, ਮੈਂ ਇਸ ਚੀਜ਼ ਨਾਲ ਮੈਂ ਟੋਟਲੀ ਡਿਸਐਗਰੀ ਹਾਂ ਜੀ। ਇਸ ਚੀਜ਼ ਨਾਲ ਕਬੱਡੀ ਨੂੰ ਗਲੈਮਰ ਦਾ ਤੜਕਾ ਲੱਗਿਆ, ਕਬੱਡੀ 'ਚ ਪੈਸਾ ਜ਼ਰੂਰ ਆ ਗਿਆ ਜੀ, ਕਬੱਡੀ 'ਚ ਹੁਕਮਰਾਨਾਂ ਦੀ ਕਮਾਈ ਵੱਧ ਗਈ ਹੈ, ਖਿਡਾਰੀਆਂ ਲਈ ਕੁਝ ਵੀ ਨਹੀਂ। ਅੱਜ ਤੁਸੀਂ ਦੇਖੋ ਜੀ, ਮੈਂ ਇੱਕ ਪਿੰਡ ਦੇ ਵਿੱਚ ਗਿਆ ਪੱਤਰਕਾਰੀ ਦੇ ਖੇਤਰ 'ਚ ਉਸ ਟੂਰਨਾਮੈਂਟ ਨੂੰ ਕਵਰੇਜ ਕਰਨ ਗਿਆ, ਤਾਂ ਬਾਹਰ ਇੱਕ ਵੈਨ ਖੜੀ ਹੈ ਜੀਪ ਟਾਈਪ, ਉਹਦੇ ਵਿੱਚੋਂ ਗਰਾਊਂਡ ਦੇ ਬਿਲਕੁਲ 15 ਫੁੱਟ ਦੀ ਦੂਰੀ ਤੇ ਵੈਨ ਖੜੀ ਹੈ, ਉਹਦੇ ਵਿੱਚ ਬੋਤਲਾਂ ਵਿਕ ਰਹੀਆਂ। ਕਿੱਥੇ ਸੀ ਉਹ? ਬਾਦਲ ਪਿੰਡ ਤੋਂ 4 ਕਿਲੋਮੀਟਰ ਦੂਰ ਹੈ ਜੀ। ਬਿਲਕੁਲ ਲੰਬੀ ਟੂਰਨਾਮੈਂਟ ਹੁੰਦਾ, ਬਾਬਾ ਮਾਨ ਸਿੰਘ ਯਾਦਗਾਰੀ ਟੂਰਨਾਮੈਂਟ। ਉਹਦੇ ਕਿਨਾਰੇ ਤੇ ਖੜ ਕੇ ਠੇਕੇਦਾਰ ਸ਼ਰਾਬ ਵੇਚ ਰਹੇ ਆ। ਜਦੋਂ ਮੈਂ ਅੱਗੇ ਗਿਆ ਜੀ, ਇੱਕ ਉੱਥੇ ਨਾਲ ਸਟੇਡੀਅਮ ਦੇ ਕੋਠਾ ਆ, ਬਿਲਕੁਲ ਉਹਦੇ ਨਾਲ ਜਦੋਂ ਗਿਆ, ਉੱਥੇ ਸਰਿੰਜਾਂ ਔਰ ਜਿਹੜੀਆਂ ਖਾਲੀ ਵਾਇਲਸ ਆ, ਉਹ ਇੰਨੀ ਤਾਦਾਦ ਸੀ ਕਿ ਸਾਨੂੰ ਇਕੱਠਿਆਂ ਕਰਦਿਆਂ ਨੂੰ ਉੱਥੇ 20 ਮਿੰਟ ਲੱਗੇ। ਅਸੀਂ ਜਦੋਂ ਇਕੱਠਾ ਕੀਤਾ, ਉਹਦਾ ਢੇਰ ਬਣ ਗਿਆ। ਇਹ ਕਬੱਡੀ ਦੀ ਅਸਲੀਅਤ ਹੈ ਜੀ। ਕਬੱਡੀ ਜਿਹੜੇ ਆਰਗੇਨਾਈਜ਼ਰ ਆ, ਟੂਰਨਾਮੈਂਟ ਕਰਵਾਉਂਦੇ ਆ, ਉਹ ਤੇ ਖੁਦ ਨਸ਼ਾ ਕਰਦੇ ਆ ਨਾ ਭਾਜੀ। ਉਹਨਾਂ ਨੂੰ ਤਾਂ ਉਹ ਟੂਰਨਾਮੈਂਟ ਇਸ ਲਈ ਨਹੀਂ ਕਰਵਾਉਂਦੇ ਕਬੱਡੀ ਦਾ ਕਿ ਕਬੱਡੀ ਦੇ ਖਿਡਾਰੀ ਨਿਕਲਣਗੇ, ਗਰੀਬ ਖਿਡਾਰੀ ਅੱਗੇ ਆਉਣਗੇ। ਉਹ ਇਸ ਲਈ ਕਰਦੇ ਕਿ 3 ਦਿਨ ਵਧੀਆ ਮौज ਮਸਤੀ ਕਰਾਂਗੇ। ਪੈਸਾ ਲੋਕਾਂ ਦਾ, ਐਸ਼ ਇਸ਼ਰਤ ਸਾਡੀ। ਉੱਥੇ ਜਿਹੜੇ ਖੇਡਣ ਆਉਂਦੇ ਆ, ਉਹਨਾਂ ਦੇ ਵੀ ਕੋਈ ਮਾਪਦੰਡ ਨਹੀਂ ਹੈ। ਉਹ ਨਾਲ ਲਿਆਉਂਦੇ ਆ ਆਪਣੀਆਂ ਵਾਇਲਸ, ਪਾਸੇ ਜਾ ਕੇ ਲਾਉਂਦੇ ਆ ਟੀਕੇ, ਲਾ ਕੇ ਗਰਾਊਂਡ 'ਚ ਖੇਡਦੇ ਆ। ਇਹ ਦਾਅਵੇ ਨਾਲ ਕਹਿੰਦੇ ਹੋ ਤੁਸੀਂ ਜੀ? ਇਹ ਗੱਲ ਸਪਸ਼ਟ ਹੈ। ਇਹ ਸਪਸ਼ਟ ਹੈ ਜੀ, ਇਹ ਸਪਸ਼ਟ ਹੈ। ਮੈਂ ਕਹਿੰਦਾ ਜੀ, ਜੇ ਡੋਪ ਟੈਸਟ ਰੱਖਦੇ ਹੋ ਤੁਸੀਂ ਪੇਂਡੂ ਟੂਰਨਾਮੈਂਟ ਦੇ, ਡੋਪ ਟੈਸਟ ਰੱਖ ਦਿਓ, ਜੇ ਉੱਥੇ 2% ਤੋਂ ਵੱਧ ਮੌਜੂਦਾ ਖਿਡਾਰੀਆਂ 'ਚੋਂ ਆ ਜਾਣ, ਮੈਨੂੰ ਜੋ ਮਰਜ਼ੀ ਕਹਿ ਦਿਓ। ਜੇ ਡੋਪ ਟੈਸਟ ਰੱਖਿਆ ਜਾਵੇ, ਮਾਪਦੰਡ ਰੱਖਿਆ ਜਾਵੇ, ਆ ਜਿਹੜੇ ਮੌਜੂਦਾ ਖਿਡਾਰੀ ਹੈ, ਇਹਨਾਂ ਦੇ ਵਿੱਚ 2-4% ਆ ਜਿਹੜੇ ਉਹ ਬਚਣਗੇ, ਦੂਸਰਾ ਨਹੀਂ ਆਏਗਾ। ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਤਾਂ ਕਿਹਾ ਸੀ ਕਿ ਸਾਡੇ ਪੋਲੀਟੀਸ਼ੀਅਨ ਦਾ ਵੀ ਜੇ ਡੋਪ ਟੈਸਟ ਕਰਵਾਇਆ ਜਾਵੇ ਤਾਂ ਕੋਈ ਵੀ ਅੱਗੇ ਨਹੀਂ ਜਾਊਗਾ। ਉਹ ਤਾਂ ਜੀ ਦੇਖੋ, ਮੈਂ ਤਾਂ ਕਹਿੰਦਾ ਜੇ ਪੰਜਾਬ ਦਾ ਹੀ ਸਾਰੇ ਦਾ ਡੋਪ ਟੈਸਟ ਕਰਵਾ ਲਈਏ ਤੇ ਬਹੁਤ ਚੰਦ ਬਚਣਗੇ। ਕਿਉਂਕਿ ਸਾਨੂੰ ਨਸ਼ਾ ਜਿੱਦਾਂ ਕਹਿ ਲਈਏ ਕਿ ਇਹ ਸਾਡੀ ਤਰਾਸਦੀ ਬਣ ਗਈ ਹੈ ਜੀ, ਤਰਾਸਦੀ ਬਣ ਗਈ ਹੈ ਕਿ ਹੁਣ ਤੇ ਇਹ ਇਦਾਂ ਦੀਆਂ ਰਿਪੋਰਟਾਂ ਆ ਰਹੀਆਂ ਜੀ ਕਿ ਸਾਡੀਆਂ ਗਰਲਸ ਆ, ਜਿਹੜੀਆਂ ਸਟੂਡੈਂਟ ਆ, ਉਹ ਵੀ ਨਸ਼ਾ ਲੈ ਰਹੀਆਂ। 8-10% ਉਹਨਾਂ ਦੀ ਰੇਸ਼ੋ ਆ ਗਈ ਹੈ। ਜ਼ਿਆਦਾ ਨਹੀਂ ਜੀ, ਜ਼ਿਆਦਾ ਨਹੀਂ। ਹਾਂਜੀ ਹਾਂ, ਉਹ ਆ ਗਈਆਂ। ਜੇ ਅੱਜ ਤੁਹਾਡਾ ਡੋਪ ਟੈਸਟ ਹੋਵੇ ਅੱਜ, ਠੀਕ ਹੈ, ਮਤਲਬ ਨੈਗੇਟਿਵ ਹੈ ਜੀ? ਬਿਲਕੁਲ ਬਿਲਕੁਲ। ਅੱਛਾ, ਕਿਹੜਾ ਨਸ਼ਾ ਕੀਤਾ ਤੁਸੀਂ? ਮੈਂ ਭਾਜੀ ਕੋਈ ਨਸ਼ਾ ਨਹੀਂ ਛੱਡਿਆ ਇਦਾਂ ਦਾ ਜਿਹੜਾ ਮੈਂ ਨਹੀਂ ਕੀਤਾ ਜ਼ਿੰਦਗੀ 'ਚ। 1992-91 ਦੇ ਵਿੱਚ ਆ ਕੇ ਰੈਗੂਲਰ ਨਸ਼ਾ ਲੈਣਾ ਸ਼ੁਰੂ ਕਰ ਦਿੱਤਾ ਸੀ, 1992-93 ਦੇ ਵਿੱਚ। ਉਸ ਤੋਂ ਲੈ ਕੇ ਸ਼ੁਰੂ ਹੋਇਆ ਜਿਹੜਾ ਇਹ ਸਫ਼ਰ 2009 ਦੇ ਵਿੱਚ ਥੰਮਿਆ ਜੀ ਅੱਗੇ। ਉਹ ਵੀ ਮੇਰਾ ਐਕਸੀਡੈਂਟ ਹੋਇਆ 5 ਸਾਲ ਪਹਿਲਾਂ। ਹਾਂਜੀ, 5 ਸਾਲ ਪਹਿਲਾਂ, ਉਦੋਂ ਆ ਕੇ ਥੰਮਿਆ। ਉਹ ਜਿਹੜਾ ਪੀਰੀਅਡ ਸੀਗਾ ਜੀ, ਇਹ ਇਦਾਂ ਹੀ ਨਸ਼ੇ ਦੇ ਵਿੱਚ ਬੀਤਿਆ। ਤੁਹਾਨੂੰ ਜਦੋਂ ਤੁਸੀਂ ਫੈਸਲਾ ਕਦੋਂ ਕੀਤਾ ਇਹ ਸਾਰਾ ਕੁਝ ਛੱਡਣ ਦਾ, ਤੇ ਕਿੰਨੀ ਕਿ ਤੁਹਾਡੇ 'ਚ ਦ੍ਰਿੜਤਾ ਸੀ ਕਿ ਤੁਸੀਂ ਸੋਚਿਆ ਕਿ ਮੈਂ ਇਹ ਛੱਡ ਸਕਦਾ ਇਹਨੂੰ? 2009 ਦੇ ਵਿੱਚ ਜੀ ਮੇਰਾ ਐਕਸੀਡੈਂਟ ਹੋ ਗਿਆ, ਲੱਤ ਮੇਰੀ ਕੱਟੀ ਗਈ। ਮੇਰੀ ਲੱਤ ਦੇ ਬਚਣ ਦੇ ਜਿਹੜੇ ਇਮਕਾਨ ਸੀਗੇ ਬੜੇ ਥੋੜੇ ਸੀਗੇ ਜੀ। ਡਾਕਟਰ ਨੇ ਵੀ ਕਹਿਤਾ ਕਿ ਇਹ ਲੱਤ ਸਹੀ ਨਹੀਂ ਹੋਣੀ, ਜੇ ਸਹੀ ਹੋ ਗਈ ਤੁਰ ਨਹੀਂ ਹੋਣਾ, ਜੇ ਤੁਰ ਹੋ ਗਿਆ ਲੰਗੜਾ ਨਹੀਂ ਜਾਣਾ। ਤੇ ਮੈਂ ਬੜਾ ਆਪਣੇ ਆਪ ਨੂੰ ਕੋਸਿਆ ਕਿ ਜੋ ਵੀ ਹੋਇਆ ਨਸ਼ੇ ਕਰਕੇ ਹੋਇਆ, ਕਿਉਂਕਿ ਜਿਸ ਦਿਨ ਮੇਰਾ ਐਕਸੀਡੈਂਟ ਹੋਇਆ ਉਸ ਦਿਨ ਵੀ ਮੈਂ ਸਮੈਕ ਲੈ ਕੇ ਆ ਰਿਹਾ ਸੀਗਾ ਹਰਿਆਣੇ 'ਚੋਂ। ਮੈਂ ਪੰਜਾਬ ਦੇ ਬਾਰਡਰ ਤੇ ਮੇਰਾ ਆ ਕੇ ਐਕਸੀਡੈਂਟ ਹੋ ਗਿਆ। ਮੈਨੂੰ ਏਦਾਂ ਲੱਗਿਆ ਕਿ ਮੇਰੀ ਜ਼ਿੰਦਗੀ ਖਤਮ ਆ, ਕਿਉਂਕਿ ਇੱਕ ਬੰਦਾ ਜਿਹੜਾ ਕ੍ਰਾਈਮ ਦੀ ਦੁਨੀਆ 'ਚ ਵੀ ਜਿਹਦਾ ਨਾਂ ਆ, ਕਬੱਡੀ 'ਚ ਵੀ ਬਹੁਤ ਉਹ ਰਿਹਾ, ਫੇਮਸ ਰਿਹਾ, ਉਹ ਬੰਦਾ ਇੱਕ ਲੱਤ ਤੋਂ ਬਗੈਰ ਕਿੱਦਾਂ ਜ਼ਿੰਦਗੀ ਜੀਵੇਗਾ?
ਮੈਂ 1 ਸਾਲ ਰਿਹਾ ਜੀ ਮੰਜੇ ਤੇ। ਪਹਿਲਾਂ ਮੈਂ 1993 ਤੋਂ ਲੈ ਕੇ 2009 ਤੱਕ ਘਰੇ ਰਿਹਾ ਹੀ ਨਹੀਂ ਜੀ। 6 ਮਹੀਨਿਆਂ ਬਾਅਦ ਆਉਂਦਾ, 5 ਮਹੀਨਿਆਂ ਬਾਅਦ ਆਉਂਦਾ, ਕਦੇ ਜੇਲ੍ਹ ਚਲਾ ਜਾਂਦਾ, ਕਦੇ ਫਰਾਰ ਹੋ ਜਾਂਦਾ ਕੇਸਾਂ ਦੇ ਵਿੱਚੋਂ, ਜ਼ਮਾਨਤ ਕੇਸ ਜ਼ਬਤ ਕਾਦੇ ਹੁੰਦੇ ਕਰਕੇ ਜੀ। ਸਾਰੇ? ਮੈਂ ਨਸ਼ੇ ਦੇ ਵਿੱਚੋਂ ਜੀ ਇੱਧਰ ਕ੍ਰਾਈਮ ਦੀ ਦੁਨੀਆ 'ਚ ਆ ਗਿਆ। ਬਹੁਤ ਸਾਰੇ ਜਿਹੜੇ ਬੰਦੇ ਸੀਗੇ ਇੱਦਾਂ ਦੇ 2 ਨੰਬਰ ਵਾਲੇ ਬੰਦੇ, ਉਹਨਾਂ ਦੇ ਸੰਪਰਕ 'ਚ ਆਇਆ, ਖੁਦ ਵੀ ਨਸ਼ਾ ਵੇਚਿਆ, ਖੁਦ ਕ੍ਰਾਈਮ ਕੀਤਾ। ਕੋਈ ਕ੍ਰਾਈਮ ਇੱਦਾਂ ਦਾ ਨਹੀਂ ਗਾ ਜੀ ਜਿਹੜਾ ਮੈਂ ਨਹੀਂ ਆਪਣੇ ਹੱਥੀਂ ਕੀਤਾ। ਈਵਨ ਸੁਪਾਰੀਆਂ ਲਈਆਂ, ਕਬਜ਼ੇ ਲਏ, ਲੋਕਾਂ ਦੀਆਂ ਲੱਤਾਂ ਬਾਹਾਂ ਤੋੜੀਆਂ। ਇਹ ਸ਼ਾਇਦ ਕੋਈ ਗੁਨਾਹ ਜਿਹੜਾ ਸੀ ਇਸ ਹੱਥਾਂ ਤੋਂ, ਜਿਹੜਾ ਇੱਦਾਂ ਦਾ ਕੋਈ ਗੁਨਾਹ ਹੈ ਹੀ ਨਹੀਂ ਜਿਹੜਾ ਨਹੀਂ ਹੋਇਆ। ਪਰ ਜਦੋਂ ਮੈਂ ਮੰਜੇ ਤੇ ਪੈ ਗਿਆ, ਸ਼ਾਇਦ ਉਹ ਸਾਰੇ ਗੁਨਾਹਾਂ ਦੀ ਸਜ਼ਾ ਸੀਗੀ, ਕਿਉਂਕਿ ਮੈਨੂੰ ਏਦਾਂ ਲੱਗਦਾ ਸੀਗਾ ਕਿ ਇਹ ਇੱਕ ਲੱਤ ਕੱਟੀ ਗਈ। ਏਦਾਂ ਆ ਕਿ ਮੈਂ ਅੱਧਾ ਰਹਿ ਗਿਆ। ਮੇਰੀ ਜ਼ਿੰਦਗੀ ਹੈ ਜਿਹੜੀ, ਕੱਲ ਨੂੰ ਮੈਨੂੰ ਜਿਹੜੇ ਜਿਨ੍ਹਾਂ ਨਾਲ ਮੈਂ ਕੀਤੀਆਂ ਉਹ ਵੀ ਮੇਰੇ ਤੋਂ ਬਦਲਾ ਲੈਣਗੇ। ਔਰ ਦੂਸਰਾ ਸਭ ਤੋਂ ਜ਼ਿਆਦਾ ਕਿ ਮੈਂ ਲੋਕਾਂ ਦਾ ਸਾਹਮਣਾ ਕਿਵੇਂ ਕਰਾਂਗਾ। ਲੋਕ ਇਹੀ ਗੱਲ ਕਹਿਣਗੇ ਕਿ ਨਸ਼ੇ ਕਰਕੇ ਇਸ ਬੰਦੇ ਨੇ ਲੱਤ ਗਵਾ ਲਈ। ਔਰ ਤੀਸਰਾ ਜਿਹੜਾ ਸਭ ਤੋਂ ਵੱਡਾ ਇਫੈਕਟ ਪਿਆ ਜੀ, ਮੈਂ ਕਦੇ ਘਰੇ ਨਹੀਂ ਸੀ ਖੜਾ। ਮੈਨੂੰ ਇਹ ਨਹੀਂ ਸੀ ਪਤਾ ਕਿ ਮੇਰੇ ਘਰ ਦੀ ਜਿਹੜੀ ਫਾਈਨੈਂਸ਼ੀਅਲੀ ਕੰਡੀਸ਼ਨ ਜਾਂ ਹੋਰ ਪਰਿਸਥਿਤੀਆਂ ਕੀ ਹੈ। ਨਾਲੇ ਲੋਕਾਂ ਨੇ ਕਹਿਣਾ ਸੀ ਕਿ ਉਹ ਵੱਡਾ ਬਦਮਾਸ਼ ਤੁਰਿਆ ਜਾਂਦਾ ਲੰਗੜਾ। ਜੀ ਬਿਲਕੁਲ ਬਿਲਕੁਲ। ਇਹਨਾਂ ਚੀਜ਼ਾਂ ਦਾ ਮੇਰੇ ਦਿਮਾਗ 'ਚ ਜਿਹੜਾ ਸੀਗਾ ਨਾ, ਉਹ ਇੱਕ ਤਰ੍ਹਾਂ ਦਾ ਵਾਵ ਰੋਲਾ ਬਣਿਆ ਪਿਆ ਸੀ ਕਿ ਮੈਂ ਕਿੱਦਾਂ ਸਾਹਮਣਾ ਕਰਾਂਗਾ ਇਹਨਾਂ ਲੋਕਾਂ ਦਾ, ਜਿਨ੍ਹਾਂ ਨੂੰ ਮੈਂ ਸਾਰੀ ਜ਼ਿੰਦਗੀ ਡਰਾ ਕੇ ਰੱਖਿਆ, ਧਮਕਾ ਕੇ ਰੱਖਿਆ, ਜਿਨ੍ਹਾਂ ਤੋਂ ਪੈਸੇ ਖੋਏ ਆ, ਜਿਨ੍ਹਾਂ ਦੇ ਨਾਲ ਇੱਦਾਂ ਦੇ ਵਧੀਕੀਆਂ ਕੀਤੀਆਂ। ਉਹ ਕੱਲ ਨੂੰ ਮੇਰੇ ਨਾਲ ਕੀ ਕਰਨਗੇ। ਪਰ ਮੈਂ ਹੁਣ ਦੇਖਿਆ ਤੁਸੀਂ ਲੋਕਾਂ ਨੂੰ ਕਾਫੀ ਦਬਕਾ ਕੇ ਰੱਖਦੇ ਹੋਵੋਗੇ, ਦਬਕੇ ਥੱਲੇ ਆਪਣੇ। ਨਹੀਂ ਜੀ, ਮੈਂ ਹੁਣ ਦੇਖਿਆ ਕਾਫੀ ਦੁਆ ਸਲਾਮ ਤੁਸੀਂ ਸਿਰ ਨਿਵਾਉਂਦੇ ਆਏ ਆ ਸਾਰੇ ਅੱਗੇ। ਇਹ ਵੀ ਤਬਦੀਲੀ, ਕਾਫੀ ਵੱਡੀ ਤਬਦੀਲੀ ਹੈ। ਨਹੀਂ ਜੀ, ਉਦੋਂ ਜਿਹੜਾ ਸੀਗਾ ਨਾ, ਉਦੋਂ ਦੁਆ ਸਲਾਮ ਹੁੰਦੀ ਸੀਗੀ ਜੀ, ਜਿਹੜੀ ਹੈ ਉਹ ਦੂਸਰੇ ਮਿੰਟੂ ਨੂੰ। ਉਹ ਮਿੰਟੂ ਮਰ ਕੇ ਦੂਸਰਾ ਮਿੰਟੂ ਜਿਹੜਾ ਪੈਦਾ ਹੋਇਆ, ਇਹ ਦੁਆ ਸਲਾਮ ਹੈ ਉਸ ਮਿੰਟੂ ਨੂੰ। ਉਹ ਡਰ ਕੇ ਹੁੰਦੀ ਸੀ, ਇਹ ਪਿਆਰ ਨਾਲ ਹੁੰਦੀ ਹੈ। ਉਹ ਵੈਰੀ ਗੁੱਡ ਗੁੱਡ। ਹਾਂਜੀ। ਅੱਛਾ, ਇਹ ਫਿਰ ਨਸ਼ਾ ਛੱਡਣ ਦਾ ਤੁਸੀਂ ਫੈਸਲਾ ਕਰ ਲਿਆ। ਮੁਸ਼ਕਲਾਂ ਕੀ ਆਈਆਂ ਬਾਡੀ ਨੂੰ, ਸਰੀਰ ਨੂੰ, ਕਿਉਂਕਿ ਇੱਕਦਮ ਤਾਂ ਛੱਡ ਨਹੀਂ ਸਕਦੇ ਤੁਸੀਂ। ਹਾਂਜੀ, ਮੈਂ ਦੱਸਦਾ ਜੀ। ਮੈਂ ਜਦੋਂ ਇਹਨਾਂ ਚੀਜ਼ਾਂ ਨੂੰ ਆਪਣੇ ਅੰਦਰ ਸਵੈ ਚਿੰਤਨ, ਜਿਹਨੂੰ ਕਹਿੰਦੇ ਆ ਸਵੈ ਚਿੰਤਨ ਕੀਤਾ, ਤੇ ਮੈਨੂੰ ਆਪਣੇ ਘਰੇ ਉੱਥੇ ਪੈ ਕੇ ਪਤਾ ਲੱਗਾ ਕਿ ਸਾਡੀ 2.5 ਕਿੱਲੇ ਜ਼ਮੀਨ ਹੈ ਜਿਹੜੀ, ਉਹ ਵਿਕ ਚੁੱਕੀ ਹੈ ਇਹਨਾਂ ਚੀਜ਼ਾਂ 'ਚ। ਕਿਉਂਕਿ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਘਰੇ ਕੀ ਹੋ ਰਿਹਾ ਕੀ ਨਹੀਂ। 10 ਕੁ ਕਿੱਲੇ ਸਾਡੇ ਕੋਲ ਜ਼ਮੀਨ ਸੀਗੀ ਜੀ। ਤਾਂ ਮੈਨੂੰ ਉਸ ਦਿਨ ਪਤਾ ਲੱਗਿਆ ਕਿ ਮੇਰਾ ਭਰਾ ਵੀ ਡਰੱਗਸ ਲੈਂਦਾ, ਛੋਟਾ ਭਰਾ ਵੀ ਮੇਰਾ ਡਰੱਗਸ ਲੈਂਦਾ। ਮੈਨੂੰ ਇਹਨਾਂ ਚੀਜ਼ਾਂ ਨੇ ਬਹੁਤ ਚੋਟ ਕੀਤੀ ਜੀ ਕਿ ਮੈਂ ਤਾਂ ਖੁਦ ਗਿਆ ਹੀ ਗਿਆ ਸੀ, ਮੇਰਾ ਭਰਾ
ਉਹ ਚੀਜ਼ ਨਹੀਂ, ਇਹ ਲਾਸਟ ਵੰਗਾਰ ਮੇਰੀ ਪੂਰੀ ਕਰ ਦਿਓ। ਉਹਨਾਂ ਨੇ ਮੈਨੂੰ ਲੈਪਟਾਪ ਲੈ ਕੇ ਦਿੱਤਾ ਔਰ ਮੈਂ ਜਿਸ ਦਿਨ ਪਹਿਲੀ ਖਬਰ ਟਾਈਪ ਕਰਕੇ ਭੇਜੀ ਔਰ ਉਹ ਈ ਪੇਪਰ ਤੇ ਲੱਗੀ, ਇਦਾਂ ਲੱਗਿਆ ਜਿੱਦਾਂ ਮੈਂ ਪ੍ਰਵਾਜ਼ ਭਰੀ ਹੈ, ਟੁੱਟੇ ਖੰਭਾਂ ਨੇ ਜਿੱਦਾਂ ਅੱਜ ਪਹਿਲੀ ਵਾਰ ਪ੍ਰਵਾਜ਼ ਭਰੀ ਹੈ। ਮੈਨੂੰ ਇਦਾਂ ਲੱਗਾ ਕਿ ਆਸਮਾਨ ਹੈ ਜਿਹੜਾ ਉਹ ਮੇਰੀ ਮੁੱਠੀ 'ਚ ਆ। ਮੈਂ ਬੜਾ ਖੁਸ਼ ਹੋਇਆ ਜੀ, ਬਹੁਤ ਖੁਸ਼ ਹੋਇਆ, ਰੱਜ ਕੇ ਮੈਂ ਖੁਸ਼ ਹੋਇਆ। ਪਰ ਮੈਨੂੰ ਇਹ ਲੱਗਿਆ ਕਿ ਇੱਥੇ ਮੇਰੀ ਮੰਜ਼ਿਲ ਨਹੀਂ ਹੈ, ਮੈਨੂੰ ਹੋਰ ਉੱਡਣਾ ਹੈ। ਮੈਂ ਇਹ ਸੋਚਿਆ ਕਿ ਮੈਨੂੰ ਪ੍ਰਿੰਟ ਮੀਡੀਆ 'ਚ ਆਉਣਾ ਹੈ। ਪ੍ਰਿੰਟ ਮੀਡੀਆ ਦਾ ਜਿਹੜਾ ਆ ਉਹ ਸਰਕਲ ਵੱਡਾ ਆ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਹਾਲੇ ਤੱਕ ਈ ਪੇਪਰ ਇੰਨੇ ਆ, ਉਹ ਪਹੁੰਚ ਦੇ ਵਿੱਚ ਨਹੀਂ ਹੈ ਲੋਕਾਂ ਦੀ। ਮੈਂ ਲੱਭਣੇ ਸ਼ੁਰੂ ਕਰ ਦਿੱਤੇ ਜੀ ਸੋਰਸਸ। ਇੱਥੇ ਇੱਕ ਪੱਤਰਕਾਰ ਸੀਗਾ ਸਾਡੇ ਸ਼ਹਿਰ, ਮੈਂ ਉਹਦੇ ਕੋਲ ਗਿਆ ਜੀ। ਮੋਹਾਲੀ ਤੋਂ ਅਖਬਾਰ ਛਪਦਾ ਹੈ, ਪੰਥਕ ਅਖਬਾਰ। ਮੈਂ ਉਹਦੇ ਪੱਤਰਕਾਰ ਕੋਲੇ ਗਿਆ, ਉਹਨੂੰ ਕਿਹਾ, ਮੈਂ ਕਿਹਾ ਜੀ ਮੈਨੂੰ ਰਿਪੋਰਟਰ ਦਾ ਕੰਮ ਦੇ ਦਿਓ ਲੰਬੀ ਤੋਂ। ਉਹ ਭਾਈ ਸਾਹਿਬ ਨੇ ਹਾਂ ਕਰ ਦਿੱਤੀ, ਕਹਿੰਦਾ 10,000 ਰੁਪਇਆ ਸਿਕਿਉਰਿਟੀ ਤੇ 20 ਕਾਪੀਆਂ ਲਵਾ ਕੇ ਤੇ ਤੂੰ ਲੈ ਸਕਦਾ ਪੱਤਰਕਾਰੀ। ਪਰ ਜਦੋਂ ਮੈਂ ਅਗਲੇ ਦਿਨ ਆਪਣੀ ਮਾਂ ਨਾਲ ਗੱਲ ਕੀਤੀ ਪਹਿਲਾਂ ਤੇ ਜਾ ਕੇ, ਉਹਦੇ ਕੋਲ ਲਾਸਟ ਕਰਨਾ ਚਾਹੇ ਵਾਲੀਆਂ ਹੀ ਰਹਿ ਗਈਆਂ ਸੀ, ਬਾਕੀ ਤੇ ਸਾਰਾ ਕੁਝ ਵਿਕ ਗਿਆ ਸੀ। ਤੇ ਮੈਂ ਆਖਿਆ, ਮਾਂ ਪੱਤਰਕਾਰ ਬਣਨਾ ਹੈ ਤੇ ਰੁਪਈਏ 10-12 ਹਜ਼ਾਰ ਦੀ ਲੋੜ ਆ। ਉਹ ਕਹਿੰਦੀ ਵੀ ਜਿੱਥੇ ਸਾਰਾ ਕੁਝ ਗਿਆ ਉੱਥੇ ਲਾਸਟ ਵਾਰੀ ਵੀ ਤੇਰੇ ਤੇ ਯਕੀਨ ਕਰ ਲੈਂਦੇ। ਉਹਨੇ ਵਾਲੀਆਂ ਮੇਰੇ ਤਲੀ ਤੇ ਰੱਖ ਦਿੱਤੀਆਂ, ਮੈਂ 13,000 ਦੀਆਂ ਵੇਚ ਕੇ ਆਇਆ ਜੀ ਉਹ। ਪਰ ਜਦੋਂ ਆਇਆ, ਭਾਈ ਸਾਹਿਬ ਨੇ ਕਿਤੇ ਪਤਾ ਕੀਤਾ ਮੇਰੇ ਬਾਰੇ ਇਧਰੋਂ ਉਧਰੋਂ, ਤੇ ਉਹ ਕਹਿੰਦਾ ਜੀ ਮੈਂ ਜਦੋਂ, ਉਹ ਤਾਂ ਮੇਰੇ ਨਾਲ ਆਖੀ ਨਾ ਮਿਲਾਵੇ, ਮੈਂ ਉਹਦੇ ਦਫ਼ਤਰ 'ਚ ਬੈਠਾ, ਭਾਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਉਹ ਆਖੀ ਨਾ ਚੱਕੇ। ਮੈਂ ਕਿਹਾ ਭਾਜੀ ਗੱਲ ਕੀ ਹੋਈ ਆ? ਤੇ ਘੰਟੇ ਕੁ ਬਾਅਦ ਕਹਿੰਦਾ ਸੌਰੀ, ਮੇਰਾ ਅਖਬਾਰ ਕਹਿੰਦਾ ਵੀ ਨਹੀਂ। ਉਸ ਦਿਨ ਬੜਾ ਰੋਇਆ ਜੀ ਮੈਂ, ਉਸ ਦਿਨ ਬਹੁਤ ਰੋਇਆ। ਮੈਨੂੰ ਅਹਿਸਾਸ ਉਸ ਦਿਨ ਹੋਇਆ ਕਿ ਇੱਕ ਗੁੰਡਾ ਕੀ ਹੁੰਦਾ ਹੈ ਜੀ, ਕਿਉਂਕਿ ਉਸ ਬੰਦੇ ਨੇ ਮੈਨੂੰ ਕਿਹਾ ਕਿ ਅਸੀਂ ਗੁੰਡੇ ਨੂੰ ਪੱਤਰਕਾਰ ਨਹੀਂ ਰੱਖ ਸਕਦੇ। ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਬੁਰੇ ਕਰਮ ਹੈ ਜਿਹੜੇ ਉਹ ਨਰਕਾਂ 'ਚ ਜਾ ਕੇ ਭੋਗਣੇ ਨਹੀਂ ਪੈਂਦੇ, ਇੱਥੇ ਭੋਗਣੇ ਪੈਂਦੇ ਆ ਜੀ। ਅੱਛਾ, ਅੱਜ ਪੱਤਰਕਾਰੀ ਤੁਸੀਂ ਕਰ ਰਹੇ ਹੋ, ਕਾਫੀ ਸਮਾਂ ਹੋ ਗਿਆ ਤੁਹਾਨੂੰ ਪੱਤਰਕਾਰੀ ਕਰਦਿਆਂ ਨੂੰ। ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਪੱਤਰਕਾਰੀ 'ਚ ਵੀ ਕੁਝ ਗੁੰਡੇ ਹੁੰਦੇ ਨੇ। ਕਿੰਨੇ ਕੁ ਗੁੰਡੇ ਨੇ? ਸਾਰੇ ਗੁੰਡੇ ਹੀ ਇੱਥੇ ਇਕੱਠੇ ਹੋਏ ਆ ਜੀ, ਮੈਨੂੰ ਤੇ ਏਦਾਂ ਲੱਗਦਾ ਹੈ। ਕਿਉਂਕਿ ਦੇਖੋ ਲਿਬਾਸ ਕਿੰਨਾ ਵਧੀਆ, ਸਾਡਾ ਪੇਸ਼ਾ ਕਿੰਨਾ ਵਧੀਆ, ਕਿੰਨੀ ਪਕੀਜ਼ਗੀ ਹੈ। ਲੋਕ ਰਾਜ ਦਾ ਚੌਥਾ ਥੰਮ ਅਸੀਂ ਕਹਿੰਦੇ, ਚੌਥਾ ਥੰਮ ਆ। ਪਰ ਜਦੋਂ ਅਸੀਂ ਇਸ ਥੰਮ ਦਾ ਹਿੱਸਾ ਬਣਦੇ ਹਾਂ, ਇਸ ਥੰਮ ਦਾ ਕੇ ਪਾਰਟ ਬਣਦੇ ਹਾਂ, ਸਾਨੂੰ ਪਤਾ ਲੱਗਦਾ ਕਿ ਥੰਮ ਦੇ ਵਿੱਚ ਤੇ ਕੀੜੀਆਂ ਸਿਉਂਕ ਵਾਲੀਆਂ ਕੌਣ, ਅੰਦਰੋਂ ਸਾਡੇ ਆਪ ਦੇ ਲੋਕ। ਇਹ ਪੇਸ਼ਾ ਅੱਜ ਬਾਜੀ ਗੰਧਲਾ ਹੈ, ਬਿਲਕੁਲ ਗੰਧਲਾ ਹੈ। ਸਭ ਤੋਂ ਜ਼ਿਆਦਾ ਸੁਧਾਰ ਦੀ ਲੋੜ ਹੈ। ਮੈਂ ਕਹਿੰਦਾ ਜੇ ਇਹ ਪੇਸ਼ਾ ਸੁਧਰ ਜੇ, ਪੰਜਾਬ ਦੀਆਂ ਅੱਧੀਆਂ ਅਲਾਮਤਾਂ ਨਾਲ ਸੁਧਰ ਜਾਣਗੇ। ਤੁਹਾਡੀ ਸਿਹਤ ਕਾਫੀ ਅੱਛੀ ਹੈ, ਡੌਲੇ ਕਾਫੀ ਮੈਂ ਦੇਖ ਰਿਹਾ, ਬੜੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਦੇਖ ਕੇ, ਮਿਲ ਕੇ ਬੜੀ ਖੁਸ਼ੀ ਹੋਈ। ਜਦੋਂ ਤੁਸੀਂ ਗੱਲਬਾਤ ਸ਼ੁਰੂ ਕੀਤੀ ਸੀ ਮਨ ਕਾਫੀ ਉਦਾਸ ਹੋ ਗਿਆ ਸੀ, ਹੁਣ ਮੈਂ ਖੁਸ਼ ਹਾਂ। ਸਾਡੇ ਦਰਸ਼ਕ ਵੀ ਖੁਸ਼ ਹੋਣਗੇ ਤੇ ਤੁਹਾਡੇ ਚਿਹਰੇ ਦੀ ਜਿਹੜੀ ਮੁਸਕਰਾਹਟ ਹੈ ਉਹ ਵੀ ਨਿਰਸਨ ਤੇ ਸਲਾਮ ਹੈ ਤੁਹਾਨੂੰ। ਕਿੱਥੋਂ ਤੁਸੀਂ ਆਏ, ਕਿੱਥੇ ਪਹੁੰਚੇ। ਇੱਕ ਹੋਰ ਤੁਸੀਂ ਕਾਰਜ ਕਰ ਰਹੇ ਹੋ ਅੱਜ ਪੰਜਾਬ ਦੇ ਵਿੱਚ, ਜ਼ਿੰਦਗੀ ਜ਼ਿੰਦਾਬਾਦ, ਉਹ ਕੀ ਚੀਜ਼ ਹੈ? ਅਸੀਂ ਪੰਜਾਬ ਦੇ ਪਿੰਡ ਸ਼ਹਿਰ ਜਾ ਰਹੇ ਹੋ, ਤੁਸੀਂ ਬੱਚਿਆਂ ਨੂੰ ਮਿਲ ਰਹੇ ਹੋ, ਪੰਜਾਬ ਦੇ ਲੋਕਾਂ ਨੂੰ ਮਿਲ ਰਹੇ ਹੋ ਜੀ। ਇੱਕ ਵਾਰ ਮੈਂ ਵੀ ਗਿਆ ਸੀ ਤੁਹਾਡੇ ਨਾਲ, ਕੀ ਹੈ ਮੈਂ ਆਪਣੇ ਮੂੰਹੋਂ ਨਹੀਂ ਦੱਸਾਂਗਾ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਮੈਂ ਖੁਦ ਮਹਿਸੂਸ ਕੀਤਾ ਕਿ ਮੈਂ ਤੇ ਨਸ਼ਾ ਛੱਡ ਗਿਆ, ਮੈਂ ਤੇ ਇਸ ਦਲਦਲ ਚੋਂ ਬਾਹਰ ਆ ਗਿਆ, ਮੈਂ ਕ੍ਰਾਈਮ ਵੀ ਛੱਡਤਾ, ਮੈਂ ਨਸ਼ਾ ਵੀ ਛੱਡ ਦਿੱਤਾ, ਪਰ ਮੈਂ ਛੱਡ ਕੇ ਸੰਤੁਸ਼ਟ ਨਹੀਂ ਹਾਂ। ਮੇਰਾ ਅਜੇ ਕਾਜ ਅਧੂਰਾ ਹੈ। ਮੈਂ ਖੁਦ ਨਾਲ ਇਹ ਗੱਲ ਕੀਤੀ ਕਿ ਮੇਰੇ ਜਦ ਤੱਕ ਸਾਹ ਚੱਲਦੇ ਆ ਮੈਂ ਪੰਜਾਬ 'ਚ ਜਾਵਾਂਗਾ, ਘਰ ਘਰ ਜਾਣਾ ਪਿਆ ਘਰ ਜਾਵਾਂਗਾ, ਜਿੱਥੋਂ ਤੱਕ ਵੀ ਹੋਇਆ, ਜੇ ਬੁੱਲੇ ਵਾਂਗੂ ਗਲ 'ਚ ਢੋਲ ਪਾ ਕੇ ਨੱਚਣਾ ਪਿਆ ਉਹ ਵੀ ਨੱਚ ਲੂੰਗਾ। ਮੈਂ ਸੋਚਿਆ ਕਿ ਚੁੱਪ ਨਹੀਂ ਬੈਠਣਾ। ਇਹ ਨਹੀਂ ਹੈ ਪੱਤਰਕਾਰ ਬਣ ਗਿਆ, ਤਨਖਾਹ ਆਉਣ ਲੱਗ ਗਈ ਕਿ ਮੇਰਾ ਕੰਮ ਮੈਂ ਲਿਖ ਛੱਡਿਆ, ਲੈਪਟਾਪ ਤੇ ਟਾਈਪ ਕਰਕੇ ਭੇਜਤਾ, ਖਬਰ ਲੱਗ ਗਈ ਮੇਰਾ ਉਹਦੇ ਨਾਲ। ਮੈਂ ਸਮਝਦਾ ਪੱਤਰਕਾਰ ਦੇ ਫਰਜ਼ ਇੱਥੇ ਖਤਮ ਨਹੀਂ ਹੋ ਜਾਂਦੇ, ਪੱਤਰਕਾਰ ਦੇ ਫਰਜ਼ ਤੋਂ ਸ਼ੁਰੂ ਹੁੰਦੇ ਆ। ਪੱਤਰਕਾਰ ਦਾ ਫਰਜ਼ ਹੈ ਜਿੱਥੇ ਸਾਡੇ ਸਮਾਜ ਨੂੰ, ਜਿੱਥੇ ਕੋਈ ਅਲਾਮਤ ਚੰਬੜੀ ਹੈ, ਉਹਦੇ ਲਈ ਚਿੱਕੜ ਦੇ ਵਿੱਚ ਉਤਰੇ। ਮੈਂ ਸੋਚਿਆ ਕਿ ਮੈਂ ਇਸ ਚਿੱਕੜ ਦੇ ਵਿੱਚ ਉਤਰਾਂਗਾ, ਇਹ ਨਹੀਂ ਹੈ ਕਿ ਆਪਣੇ ਦਫ਼ਤਰ ਦੇ ਵਿੱਚ ਖਬਰਾਂ ਟਾਈਪ ਕਰਾਂਗਾ। ਸੋ ਮੈਂ ਕੁਝ ਬਲਤੇਜ ਪੰਨੂ ਹੋਰੀ ਹੈ ਜੀ, ਜਿਹੜੇ ਸਾਡੇ ਸੀਨੀਅਰ ਪੱਤਰਕਾਰ ਆ, ਉਹਨਾਂ ਨਾਲ ਅਸੀਂ ਤਾਲਮੇਲ ਕੀਤਾ, 5-7 ਜਣਿਆਂ ਨੇ ਟੀਮ ਬਣਾਈ। ਉਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਅਸੀਂ ਹਰੇਕ ਸ਼ਹਿਰ ਦੇ ਵਿੱਚ ਜਾਵਾਂਗੇ। ਅਸੀਂ ਕਿਸੇ ਨੂੰ ਮੁਰਦਾਬਾਦ ਨਹੀਂ ਕਹਾਂਗੇ, ਅਸੀਂ ਕੋਈ ਪ੍ਰੈਸ ਕਾਨਫਰੰਸ ਨਹੀਂ ਕਰਾਂਗੇ, ਕੁਛ ਇਦਾਂ ਦਾ ਨਹੀਂ ਕਰਾਂਗੇ ਕਿ ਲੋਕਾਂ ਨੂੰ ਲੱਗੇ ਕਿ ਇਹ ਵੋਟਾਂ ਅਗਰਾਉਂਦੇ ਆ।
ਅਸੀਂ ਸਿਰਫ ਜਾਂ ਕੋਈ ਸੰਦੇਸ਼ ਇਹ ਦੇਵਾਂਗੇ। ਸਿਆਸੀ ਕੋਈ ਅਸੀਂ ਗੱਲ? ਸੰਦੇਸ਼ ਦੇਵਾਂਗੇ ਨਸ਼ੇ ਦੇ ਵਿਰੁੱਧ। ਸਾਡੀ ਥਿਊਰੀ ਇਹ ਆ ਕਿ ਜੇਕਰ ਬਾਇਰ ਖਤਮ ਹੋ ਜਾਣ, ਸਪਲਾਇਰ ਆਪਣੇ ਆਪ ਖਤਮ ਹੋ ਜਾਣਗੇ। ਵੈਰੀ ਗੁੱਡ। ਅਸੀਂ ਇਸ ਸੰਦੇਸ਼ ਤੇ ਨਾਲ ਲੈ ਕੇ ਚੱਲੇ, ਇਸ ਸੰਦੇਸ਼ ਨੂੰ ਲੋਕਾਂ ਦੇ ਵਿੱਚ ਫੈਲਾਇਆ ਜਾਵੇ। ਤਰਨਤਾਰਨ ਤੋਂ ਸ਼ੁਰੂ ਕੀਤਾ ਸੀਗਾ ਜੀ, ਜਿੱਥੇ ਤੁਸੀਂ ਵੀ ਆਏ ਸੀਗੇ। ਤਰਨਤਾਰਨ ਤੋਂ ਇਹ ਸਾਡਾ ਸਫ਼ਰ ਸ਼ੁਰੂ ਹੋਇਆ, ਮਾਨਸਾ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਬਠਿੰਡਾ, ਇਦਾਂ ਕਰਦੇ ਕਰਦੇ ਸੰਗਰੂਰ, ਕਈ ਜ਼ਿਲ੍ਹਿਆਂ 'ਚ ਅਸੀਂ ਜਾ ਚੁੱਕੇ ਹਾਂ। ਅਸੀਂ ਪਹਿਲਾਂ ਮਾਰਚ ਕਰਦੇ ਸੀਗੇ, ਸ਼ਹਿਰਾਂ ਦੇ ਵਿੱਚ ਜਾਗਰੂਕ ਮਾਰਚ ਕਰਦੇ ਸੀ, ਪਰ ਉਸ ਤੋਂ ਅੱਗੇ ਮੈਂ ਥੋੜਾ ਜਿਹਾ ਆਪਣੀ ਟੀਮ ਨੂੰ ਸੁਜੈਸਟ ਕੀਤਾ ਕਿ ਸਾਨੂੰ ਮਾਰਚ ਦੀ ਬਜਾਏ ਸਕੂਲਾਂ 'ਚ ਜਾਣਾ ਚਾਹੀਦਾ ਹੈ। 8ਵੀਂ 10ਵੀਂ +2 ਇਹ 3 ਕਲਾਸਾਂ ਜਿਹੜੀਆਂ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਇਹਨਾਂ ਨੂੰ ਬਚਾ ਲਿਆ ਤਾਂ ਸਮਝ ਲਓ ਤੁਸੀਂ ਸਿਪਾਹੀ ਖੜੇ ਕਰ ਦਿੱਤੇ, ਕਿਉਂਕਿ ਇਹ ਫਿਸਲਣ ਹੈ ਜੀ। 8ਵੀਂ 10ਵੀਂ 12ਵੀਂ ਇਹ ਪੜਾਇਆ ਜਿੱਥੋਂ ਬੰਦਾ ਫਿਸਲਦਾ ਹੈ। ਇੱਕ ਸਲਾਹ ਜ਼ਰੂਰ ਦੇਣਾ ਹੈ ਕਿ ਹਾਰ ਨਾ ਮੰਨੋ। ਤੁਸੀਂ ਉਸ ਵੰਸ਼ ਦੇ ਜਾਏ ਹੋ, ਉਸ ਵੰਸ਼ ਦੀ ਅੰਸ਼ ਹੋ ਜਿਨ੍ਹਾਂ ਨੇ ਹਾਰੀਆਂ ਹੋਈਆਂ ਬਾਜ਼ੀਆਂ ਨੂੰ ਜਿੱਤਾਂ 'ਚ ਤਬਦੀਲ ਕੀਤਾ ਹੈ। ਅੱਜ ਤੁਸੀਂ ਇਹ ਨਾ ਸੋਚੋ ਕਿ ਪੰਜਾਬ ਖਤਮ ਹੋ ਗਿਆ, ਨਹੀਂ, ਪੰਜਾਬ ਖਤਮ ਹੋਏ ਤੋਂ ਬਾਅਦ ਵੀ ਇਹ ਜੰਗ ਜਿੱਤ ਸਕਦਾ ਆ, ਪਰ ਜਜ਼ਬਾ ਨਾ ਮਰਨ ਦਿਓ। ਅੱਜ ਮੈਂ ਕੀ ਦੇਖਦਾ ਜੀ, ਜਿਹਦਾ ਪੁੱਤ ਨਸ਼ੇ ਤੇ ਲੱਗਦਾ ਉਹ ਕਹਿੰਦਾ ਦੂਜਾ ਬਚਾ ਲਓ, ਇਹ ਤੇ ਗਿਆ। ਸਾਨੂੰ ਇਹ ਚੀਜ਼ ਨਹੀਂ ਕਰਨੀ। ਅਸੀਂ ਦੂਜਾ ਤਾਂ ਬਚਾਉਣਾ ਹੀ ਬਚਾਉਣਾ, ਜਿਹੜਾ ਪਹਿਲਾਂ ਗਿਆ ਉਹਨੂੰ ਵੀ ਮੋੜ ਕੇ ਲਿਆਉਣਾ। ਇਹ ਚੀਜ਼ ਬੜੀ ਜ਼ਰੂਰੀ ਹੈ। ਨਫ਼ਰਤ ਨਾ ਕਰੋ। ਮੈਂ ਦੇਖਦਾ ਜੀ ਨਸ਼ੇੜੀ ਬੜੇ ਮੁੰਡੇ ਆ, ਮੈਂ ਰੋਜ਼ਾਨਾ ਤੁਹਾਨੂੰ ਜੇ ਕਿਤੇ ਸਬੱਬ ਬਣਿਆ ਦੱਸੂਗਾ ਜੀ। ਸਾਰੇ ਰੋਜ਼ਾਨਾ 4-5 ਮੁੰਡਿਆਂ ਦੇ ਮੈਨੂੰ ਮੈਸੇਜ, ਫੋਨ ਆਉਂਦੇ ਆ ਜਿਹੜੇ ਮੇਰੀ ਜ਼ਿੰਦਗੀ ਦੇਖ ਕੇ ਬਦਲਦੇ ਆ। ਰੋਜ਼ਾਨਾ ਮੇਰੀ ਜ਼ਿੰਦਗੀ, ਇਹ ਇੱਕ ਬਹੁਤ ਵੱਡਾ ਪੋਜ਼ਿਟਿਵ ਸਾਈਨ ਆ। ਜੇ ਇੱਕ ਮਿੰਟੂ ਰੋਜ਼ਾਨਾ ਦੇ 4-4 5-5 ਬੰਦੇ ਖੜੇ ਕਰੀ ਜਾਂਦਾ ਹੈ, ਜੇ ਇੱਕ ਪਿੰਡ ਚੋਂ ਇੱਕ ਮਿੰਟੂ ਪੈਦਾ ਹੋ ਜਾਵੇ, ਤੇ ਮੈਂ ਕਹਿੰਦਾ ਜੀ ਕਿਉਂ ਨਾ ਅਸੀਂ ਜੰਗ ਲੜ ਸਕਦੇ। ਪਰ ਮੇਰੀ ਇਹ ਤਮੰਨਾ ਜੀ, ਹਰੇਕ ਘਰ ਦੇ ਵਿੱਚ ਮੇਰੇ ਵਰਗਾ ਬੰਦਾ ਖੜਾ ਹੋਵੇ, ਜਿਹੜਾ ਅੱਗੇ ਇਦਾਂ ਦਾ ਬੰਦਾ ਖੜਾ ਕਰੇ। ਇੱਕ ਬੰਦਾ ਖੜਾ ਕਰੇ, ਘੱਟੋ ਘੱਟ ਇੱਕ ਪਿੰਡ 'ਚ ਇੱਕ ਹੋ ਗਿਆ, ਬਸ ਅਸੀਂ ਬਾਜ਼ੀ ਜਿੱਤ ਗਏ। ਬਿਲਕੁਲ ਜੀ, ਨਸ਼ੇੜੀ ਨੂੰ ਨਫ਼ਰਤ ਨਾ ਕਰੋ।